जी आए नूं तुसीं देख रहे हो प्रोग्राम गल्लां ते गीत ते मैं हाँ तुहाडे नाल सुरभि शर्मा। जरा सोचो अज तुसीं एक इंजीनियर हो, डॉक्टर हो अते किसी भी वड्डे मुकाम ते हो ते ये सब कुछ तुहाडे कोल है ते तुसीं बहुत चंगी सैलरी लै रहे हो, तुहाडा बहुत वड्डा घर है, इस दे नाल तुसीं एक बहुत खुशहाल ते वधिया जीवन जी रहे हो। जरा विचार करो कि ये सब कुछ अज तुहाडे कोल किस दी बदौलत है। जरा सोचोगे विचार करोगे शायद तुहानूं पता लग जाए कि ये सब कुछ अज तुहाडे कोल है तो सिर्फ और सिर्फ उस अध्यापक की बदौलत जिन्हें तुहानूं पढ़ाया लिखाया तो चंगी सिक्ख्या दी। हर एक व्यक्ति अपनी जिंदगी दे विच मुकाम नूं हासिल करना चाहता है, बुलंदियां नूं छूहना चाहता है तो हर पासे अपना सम्मान चाहता है। इस दे लई बहुत जरूरी है कि तुहाडी जिंदगी दे विच एक चंगा अध्यापक होवे, क्योंकि चंगा अध्यापक ही तुहाडा मार्गदर्शक है तो चंगा अध्यापक ही माता पिता तो पहला पूज्या भी जाता है। तो होर की कुछ एक अध्यापक के गुण होंदे ने, किद्दां एक अध्यापक एक विद्यार्थी के जीवन नूं इन्ना विकासशील बना दिंदा है, बच्चे नूं एक बुलंदियां तक पहुँचा दिंदा है अते उसके सुपनियां नूं हकीकत दे विच बदल दिंदा है। इस सारे बारे असीं अज चर्चा करांगे। साडे स्टूडियो पहुंचे साडे माहिर मेहमान पूजा शर्मा जी ना, जो एक लैक्चरार ने, वाइस प्रिंसीपल भी ने गवर्नमेंट सीनियर सैकेंडरी स्मार्ट स्कूल नवांशहर दे विच। बहुत बहुत स्वागत मैम तुहाडा साडे स्टूडियो दे विच। थैंक यू सो मच मैम। ਅਸੀਂ ਅੱਜ ਮੈਮ ਗੱਲ ਕਰ ਰਹੇ ਹਾਂ ਇੱਕ ਅਧਿਆਪਕ ਦੀ। ਜੀ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੈ ਵਿਦਿਆਰਥੀ ਦੇ ਜੀਵਨ ਦੇ ਵਿੱਚ। ਜੀ ਅਧਿਆਪਕ ਦੀ ਪਰਿਭਾਸ਼ਾ ਨੂੰ ਅਸੀਂ ਕਿਸ ਤਰੀਕੇ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ? ਜੀ ਮੈਮ ਬੇਸਿਕਲੀ ਅਧਿਆਪਕ ਉਹ ਹੈ ਜੋ ਸਕੂਲ ਜਾਂ ਯੂਨੀਵਰਸਿਟੀ ਦੇ ਵਿੱਚ ਫਾਰਮਲ ਐਜੂਕੇਸ਼ਨ ਦਿੰਦਾ ਹੈ। ਟੀਚਰਸ ਜੋ ਹੈ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੇਸਿਕਲੀ ਟੀਚਰ ਹੂ ਟੀਚਸ ਇਜ਼ ਅ ਟੀਚਰ। ਜਿਹੜਾ ਪਰਸਨ ਇੱਕ ਟੀਚ ਕਰਦਾ ਹੈ ਉਹਨੂੰ ਟੀਚਰ ਕਿਹਾ ਜਾਂਦਾ ਹੈ। ਅਦਰਵਾਈਜ਼ ਪਹਿਲੇ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਗੁਰੂਕੁਲ ਹੁੰਦੇ ਸੀ, ਗੁਰੂਕੁਲ ਦੇ ਵਿੱਚ ਬੱਚੇ ਗੁਰੂਕੁਲ ਦੇ ਵਿੱਚ ਰਹਿੰਦੇ ਸੀ। ਉੱਥੇ ਜਿਹੜੇ ਗੁਰੂ ਹੈ ਉਹਨਾਂ ਦਾ ਮੇਨ ਉਦੇਸ਼ ਇਹ ਹੁੰਦਾ ਸੀ ਕਿ ਬੱਚੇ ਦੇ ਨੂੰ ਅੰਧਕਾਰ ਤੋਂ ਲੈ ਕੇ ਪ੍ਰਕਾਸ਼ ਗਿਆਨ ਦੇ ਉਜਾਲੇ ਤੱਕ ਲੈ ਕੇ ਜਾਣਾ, ਉਹਨੂੰ ਹੀ ਅਧਿਆਪਕ ਕਿਹਾ ਜਾਂਦਾ ਹੈ। ਇੱਕ ਅਧਿਆਪਕ, ਆਦਰਸ਼ ਅਧਿਆਪਕ, ਉਹਦੇ ਵਿੱਚ ਕੀ ਕੁਝ ਗੁਣ ਜਿਹੜੇ ਆ ਅਸੀਂ ਦੇਖ ਸਕਦੇ ਹਾਂ, ਪਾਉਂਦੇ ਹਾਂ? ਜੀ ਆਦਰਸ਼ ਅਧਿਆਪਕ ਉਹ ਹੁੰਦਾ ਹੈ ਸਭ ਤੋਂ ਪਹਿਲਾਂ ਉਸ ਦੇ ਵਿੱਚ ਜਿਹੜਾ ਆਪਣੇ ਸਬਜੈਕਟ ਜੋ ਜਿਸ ਵੀ ਸਬਜੈਕਟ ਦਾ ਟੀਚਰ ਹੈ ਉਸ ਦੀ ਮਾਸਟਰੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਉਹਦਾ ਨੌਲੇਜੇਬਲ ਹੋਣਾ ਚਾਹੀਦਾ ਹੈ ਟੀਚਰ। ਸੈਕਿੰਡ ਉਹ ਅੱਛਾ ਕਮਿਊਨੀਕੇਟਰ ਹੋਣਾ ਚਾਹੀਦਾ ਹੈ, ਬੱਚਿਆਂ ਦੇ ਨਾਲ ਇੰਟਰੈਕਸ਼ਨ ਕਰ ਸਕੇ ਪ੍ਰੋਪਰਲੀ, ਬੱਚਿਆਂ ਦੀਆਂ ਜੋ ਅਬਿਲਿਟੀਜ਼ ਹੈ ਉਹਨਾਂ ਨੂੰ ਫਾਈਂਡ ਆਊਟ ਕਰ ਸਕੇ। ਇੱਕ ਅੱਛਾ ਸਾਈਕੋਲੋਜਿਸਟ ਹੁੰਦਾ ਹੈ ਜੋ ਅੱਛਾ ਅਧਿਆਪਕ ਹੁੰਦਾ ਹੈ, ਉਹ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦਾ ਹੈ, ਕਿਉਂਕਿ ਇੱਕ ਕਲਾਸਰੂਮ ਦੇ ਵਿੱਚ ਅਲੱਗ-ਅਲੱਗ ਕੈਪੇਬਿਲਿਟੀ ਦੇ ਅਲੱਗ-ਅਲੱਗ ਅਬਿਲਿਟੀਜ਼ ਦੇ ਬੱਚੇ ਹੁੰਦੇ ਹਨ ਔਰ ਉਹ ਅੱਛਾ ਅਧਿਆਪਕ ਉਹੀ ਹੁੰਦਾ ਹੈ ਜੋ ਹਰ ਤਰ੍ਹਾਂ ਦੇ ਬੱਚੇ ਨੂੰ ਅੱਛੀ ਤਰ੍ਹਾਂ ਨਾਲ ਟੈਕਲ ਕਰ ਸਕੇ, ਉਹਨਾਂ ਦੀ ਐਨਾਲਾਈਜ਼ ਕਰ ਸਕੇ ਅਬਿਲਿਟੀਜ਼ ਨੂੰ ਔਰ ਉਹਨਾਂ ਨੂੰ ਪ੍ਰਮੋਟ ਕਰ ਸਕੇ। ਇੱਕ ਅੱਛਾ ਅਧਿਆਪਕ ਉਹ ਵੀ ਹੁੰਦਾ ਹੈ ਜੋ ਬਹੁਤ ਹੀ ਐਮਪੈਥੈਟਿਕ ਹੁੰਦਾ ਹੈ, ਕੰਪੈਸ਼ਨੇਟ ਹੁੰਦਾ ਹੈ, ਬਹੁਤ ਹੀ ਕੇਅਰਿੰਗ ਹੁੰਦਾ ਹੈ, ਉਹ ਕਾਈਂਡ ਨੇਚਰ ਦਾ ਹੁੰਦਾ ਹੈ ਬੱਚਿਆਂ ਦੇ ਨਾਲ। ਉਸਦਾ ਬਿਹੇਵੀਅਰ ਬਹੁਤ ਹੀ ਇੱਕ ਗਾਈਡ ਦੇ ਤੌਰ 'ਤੇ, ਫੈਸਿਲੀਟੇਟਰ ਦੇ ਤੌਰ 'ਤੇ ਹੁੰਦਾ ਹੈ। ਇਹੀ ਸਾਰੇ ਗੁਣ ਹੁੰਦੇ ਹਨ ਇੱਕ ਅੱਛੇ ਅਧਿਆਪਕ ਦੇ ਵਿੱਚ। ਸਿੱਖਿਆ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਹੈ। ਇਸ ਸਿੱਖਿਆ ਦੇ ਲਈ ਇੱਕ ਅਧਿਆਪਕ ਦਾ ਸਭ ਤੋਂ ਵੱਡਾ ਰੋਲ ਹੈ। ਇਹ ਯੋਗਦਾਨ ਜਿਹੜਾ ਸਿੱਖਿਆ ਦੇ ਵਿੱਚ ਅਧਿਆਪਕ ਕਿਸ ਤਰੀਕੇ ਦੇ ਨਾਲ ਪਾਉਂਦਾ ਹੈ? ਸਿੱਖਿਆ ਹਰੇਕ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਤੋਂ ਬਿਨਾਂ ਇੱਕ ਇਨਸਾਨ ਦੀ ਜ਼ਿੰਦਗੀ ਅੱਛੀ ਤਰ੍ਹਾਂ ਨਾਲ ਬੰਦਾ ਨਹੀਂ ਸਰਵਾਈਵ ਕਰ ਸਕਦਾ। ਜੇ ਇੱਕ ਅੱਛਾ ਪਰਸਨ ਐਜੂਕੇਟਿਡ ਹੋਏਗਾ ਤੇ ਉਹ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ। ਇੱਕ ਟੀਚਰ ਹੈ ਉਹ ਬਹੁਤ ਹੀ ਸਭ ਤੋਂ ਵਧੀਆ ਰੋਲ ਪਲੇ ਕਰਦਾ ਹੈ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਐਜੂਕੇਸ਼ਨ ਪ੍ਰੋਵਾਈਡ ਕਰਕੇ, ਕਿਉਂਕਿ ਅਸੀਂ ਟੀਚਰਸ ਨੂੰ ਕਹਿੰਦੇ ਹਾਂ ਕਿ ਉਹ ਨੇਸ਼ਨ ਬਿਲਡਰ ਹੁੰਦੇ ਹੈ। ਨੇਸ਼ਨ ਬਿਲਡਰ ਇਸ ਕਰਕੇ ਹੁੰਦਾ ਹੈ ਕਿ ਚਾਹੇ ਜੋ ਪੜ੍ਹਿਆ ਲਿਖਿਆ ਨਹੀਂ ਹੈ, ਇਲਿਟਰੇਟ ਪਰਸਨਸ ਹੈ, ਉਹ ਵੀ ਅੱਛੀ ਲਾਈਫ ਲੀਡ ਕਰਦੇ ਹੈ, ਉਹ ਵੀ ਬਹੁਤ ਸਿਵਲਾਈਜ਼ਡ ਪਰਸਨਸ ਵੀ ਹੋ ਸਕਦੇ ਹਨ। ਲੇਕਿਨ ਜਿਹੜੇ ਸਿਵਲਾਈਜ਼ਡ ਪਰਸਨਸ ਹੈ ਇੱਕ ਅੱਛਾ ਨਾਗਰਿਕ ਬਣਾਉਣਾ, ਇੱਕ ਅੱਛਾ ਹਿਊਮਨ ਬੀਇੰਗ ਕ੍ਰੀਏਟ ਕਰਨਾ, ਇੱਕ ਬੱਚੇ ਨੂੰ ਨਵੀਂ ਸੇਧ ਦੇਣਾ, ਉਸਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਦਾ ਸਾਧਨ ਜਿਹੜਾ ਹੈ ਉਹ ਇੱਕ ਅੱਛਾ ਅਧਿਆਪਕ ਬਣਦਾ ਹੈ। ਜੀ ਕਈ ਵਾਰ ਇੱਦਾਂ ਹੁੰਦਾ ਕਿ ਨਾ ਮਾਤਾ ਪਿਤਾ ਜਿਹੜੇ ਹੁੰਦੇ ਆ ਆਪਣੀ ਹੀ ਇੱਛਾ ਕਈ ਵਾਰ ਬੱਚੇ ਤੋਂ ਥੋਪ ਦਿੰਦੇ ਆ ਕਿ ਅਸੀਂ ਇਹਨੂੰ ਡਾਕਟਰ ਬਣਾਉਣਾ ਚਾਹੁੰਦੇ ਆ ਜਾਂ ਵੀ ਕੁਝ ਹੋਰ ਬਣਾਉਣਾ ਚਾਹੁੰਦੇ, ਬਟ ਇੱਕ ਅਧਿਆਪਕ ਇਹ ਕਿਸ ਤਰੀਕੇ ਦੇ ਨਾਲ ਜਾਣਦਾ ਹੈ ਕਿ ਉਸ ਬੱਚੇ ਨੂੰ ਕਿਹੜੀ ਫੀਲਡ ਦੇ ਵਿੱਚ ਜਾਣਾ ਚਾਹੀਦਾ ਹੈ, ਉਹਦੇ ਵਿੱਚ ਇਸ ਚੀਜ਼ ਦੀ ਰੁਚੀ ਹੈ, ਉਸ ਨੂੰ ਕਿਸ ਤਰੀਕੇ ਦੇ ਨਾਲ ਇੱਕ ਅਧਿਆਪਕ ਉਭਾਰਦਾ ਹੈ? ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇੱਕ ਟੀਚਰ ਜਿਹੜਾ ਹੈ ਉਹ ਅੱਛਾ ਸਾਈਕੋਲੋਜਿਸਟ ਹੁੰਦਾ ਹੈ।
ਉਹ ਬੱਚੇ ਦੀ ਸਾਈਕੋਲੋਜੀ ਨੂੰ ਸਮਝਦਾ ਹੈ ਜੀ। ਉਸ ਦੀਆਂ ਕਲਾਸਰੂਮ ਦੇ ਵਿੱਚ ਜੋ ਐਕਟੀਵਿਟੀਜ਼ ਹੁੰਦੀਆਂ ਹੈ ਕਰਵਾਈਆਂ ਜਾਂਦੀਆਂ, ਡਿਫਰੈਂਟ ਟਾਈਪ ਆਫ ਕੋ-ਕਰਿਕੂਲਰ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਹਨ, ਉਸ ਦੇ ਬੇਸਿਸ ਤੇ ਜਿਹੜਾ ਅਧਿਆਪਕ ਹੈ ਉਹ ਸਮਝਦਾ ਹੈ ਕਿ ਇਹ ਬੱਚੇ ਦੀ ਪੋਇਟਰੀ ਦੇ ਵਿੱਚ ਇੰਟਰਸਟ ਹੈ, ਇਸ ਬੱਚੇ ਦਾ ਐਪਟੀਟਿਊਡ ਸਾਇੰਸ ਦੇ ਵਿੱਚ ਹੈ, ਜਾਂ ਇਹ ਬੱਚਾ ਜਿਹੜਾ ਹੈ ਉਹ ਮਿਊਜ਼ਿਕ ਦੇ ਵਿੱਚ ਇੰਟਰਸਟਿਡ ਹੈ ਜਾਂ ਸਪੋਰਟਸ ਦੇ ਵਿੱਚ ਇੰਟਰਸਟਿਡ ਹੈ। ਫਿਰ ਉਹਨਾਂ ਜਿਹੜੀਆਂ ਉਹਦੀਆਂ ਕੁਆਲਿਟੀਜ਼ ਹੈ, ਉਹਨਾਂ ਅਬਿਲਿਟੀਜ਼ ਨੂੰ ਭਾਂਪ ਕੇ, ਉਹਨਾਂ ਨੂੰ ਸਮਝ ਕੇ ਫਿਰ ਉਹ ਟੀਚਰ ਉਸ ਬੱਚੇ ਨੂੰ ਐਨਕਰੇਜ ਕਰਦਾ ਹੈ, ਡਿਫਰੈਂਟ ਐਕਟੀਵਿਟੀਜ਼ ਦੇ ਵਿੱਚ ਪ੍ਰਮੋਟ ਕਰਦਾ ਹੈ, ਤੇ ਉਸ ਦੇ ਨਾਲ ਡਿਫਰੈਂਟ ਟਾਈਪ ਆਫ ਕੰਪੀਟੀਸ਼ਨਸ ਕਰਵਾਏ ਜਾਂਦੇ ਹਨ ਸਕੂਲ ਲੈਵਲ ਤੇ ਜਾਂ ਕਾਲਜਸ ਲੈਵਲ ਤੇ ਜਿਸ ਦੇ ਨਾਲ ਬੱਚਾ ਉਸ ਫੀਲਡ ਦੇ ਵਿੱਚ ਅੱਗੋਂ ਐਕਸੈਲ ਕਰ ਸਕੇ ਤੇ ਉਸ ਨੂੰ ਇੱਕ ਨਵੀਂ ਸੇਧ ਮਿਲ ਸਕੇ। ਅਸੀਂ ਸਕੂਲ ਦੇ ਵਿੱਚ ਜਦੋਂ ਹੁੰਦੇ ਸੀ ਨਾ, ਮਤਲਬ ਮੈਨੂੰ ਲੱਗਦਾ ਸਾਰਿਆਂ ਦੇ ਵਿੱਚ ਇਦਾਂ ਹੁੰਦਾ ਕਿ ਦੋ ਤਰ੍ਹਾਂ ਦੇ ਅਧਿਆਪਕ ਹੁੰਦੇ, ਇੱਕ ਸਖਤ ਇੱਕ ਨਰਮ। ਸਖਤ ਵਾਲੇ ਤਾਂ ਆਪਾਂ ਸਾਰੇ ਬਹੁਤ ਡਰਦੇ ਆ ਤੇ ਨਰਮ ਵਾਲੇ ਨਾਲ ਸਾਰੇ ਘੁਲ ਮਿਲ ਕੇ ਰਹਿੰਦੇ ਨੇ ਜੀ। ਕੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਖਤ ਵਾਲਾ ਉਹ ਬੱਚੇ ਦੀ ਜ਼ਿੰਦਗੀ ਨੂੰ ਜ਼ਿਆਦਾ ਬਿਹਤਰ ਬਣਾਉਂਦਾ ਹੈ ਕਿ ਜਾਂ ਨਰਮ ਸੁਭਾਅ ਵਾਲਾ ਜਿਹੜਾ ਬੱਚੇ ਦੀ ਜ਼ਿੰਦਗੀ ਨੂੰ ਜ਼ਿਆਦਾ ਬਿਹਤਰ ਬਣਾਉਂਦਾ ਹੈ? ਟੀਚਰ ਜਿਹੜਾ ਇੱਕ ਕਿਸੇ ਵੀ ਇਨਸਾਨ ਦੇ ਵਿੱਚ ਬਹੁਤ ਸਾਰੀਆਂ ਕੁਆਲਿਟੀਜ਼ ਦਾ ਇੱਕ ਅਸਿਮੀਲੇਸ਼ਨ ਹੁੰਦਾ ਹੈ, ਜਿਸ ਦੇ ਵਿੱਚ ਜਿਸ ਤਰ੍ਹਾਂ ਅਸੀਂ 9 ਰਸਾਂ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਵਾਤਸल्य ਰਸ ਵੀ ਹੁੰਦਾ ਹੈ, ਕਰੁਣਾ ਰਸ ਵੀ ਹੁੰਦਾ ਹੈ, ਕ੍ਰੋਧ ਵੀ ਹੁੰਦਾ ਹੈ ਉਸ ਦੇ ਵਿੱਚ। ਤੇ ਜਿਹੜਾ ਟੀਚਰ ਦੀਆਂ ਕੁਆਲਿਟੀਜ਼ ਹੈ, ਇਹ ਜਿਹੜੇ ਰਸ ਹੈ ਉਹ ਅਲੱਗ-ਅਲੱਗ ਟਾਈਮ ਔਰ ਸਿਚੁਏਸ਼ਨਸ ਦੇ ਅਕੋਰਡਿੰਗ ਅਰਾਈਜ਼ ਹੁੰਦੇ ਹਨ। ਤੇ ਇੱਕ ਟੀਚਰ ਜਿਹੜਾ ਹੈ ਉਹ ਅਮਲਗਾਮੇਸ਼ਨ ਹੁੰਦਾ ਹੈ ਸਾਰੀ ਕੁਆਲਿਟੀਜ਼ ਦਾ। ਜਦੋਂ ਇੱਕ ਟੀਚਰ ਕਲਾਸਰੂਮ ਦੇ ਵਿੱਚ ਐਂਟਰ ਕਰਦਾ ਹੈ ਤਾਂ ਓਬਵੀਅਸਲੀ ਉਹ ਇੱਕ ਪਲੀਜ਼ਿੰਗ ਬਿਹੇਵੀਅਰ ਦੇ ਨਾਲ ਬੱਚਿਆਂ ਨੂੰ ਡੀਲ ਕਰਦਾ ਹੈ। ਤੇ ਨੋ ਡਾਊਟ ਜਿਹੜਾ ਟੀਚਰ ਬੱਚਿਆਂ ਨਾਲ ਮਿਲ ਜੁਲ ਕੇ ਰਹਿੰਦਾ ਹੈ, ਐਜ਼ ਅ ਫਰੈਂਡ ਡੀਲ ਕਰਦਾ ਹੈ, ਤੇ ਉਹ ਬੱਚਿਆਂ ਦਾ ਹਰਮਨ ਪਿਆਰਾ ਹੁੰਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਕਿਹਾ। ਲੇਕਿਨ ਡਿਸਿਪਲਿਨ ਮੇਨਟੇਨ ਕਰਨ ਵਾਸਤੇ ਟੀਚਰ ਨੂੰ ਕਿਤੇ ਕਿਤੇ ਸਖਤ ਹੋਣ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਕਰਕੇ ਟੀਚਰ ਟਾਈਮ ਟੂ ਟਾਈਮ ਆਪਣੀਆਂ ਜੋ ਸਟ੍ਰੈਟੇਜੀਜ਼ ਹੈ ਉਹ ਚੇਂਜ ਕਰਦਾ ਹੈ ਅਕੋਰਡਿੰਗ ਟੂ ਸਿਚੁਏਸ਼ਨ। ਉਹ ਆਪਣੇ ਆਪ ਨੂੰ ਸਿਚੁਏਸ਼ਨ ਦੇ ਅਕੋਰਡਿੰਗ ਢਾਲਦਾ ਹੈ ਤੇ ਬੱਚਿਆਂ ਨੂੰ ਉਸ ਹਿਸਾਬ ਦੇ ਨਾਲ ਗਾਈਡ ਕਰਦਾ ਹੈ। ਔਰ ਇਸ ਤਰ੍ਹਾਂ ਨਾਲ ਜਿਹੜੇ ਬੱਚੇ ਹੈ ਉਹ ਅਲਟੀਮੇਟਲੀ ਦੋਨੋਂ ਤਰ੍ਹਾਂ ਦਾ ਬੈਲੈਂਸ ਬਣਾ ਕੇ ਜਦੋਂ ਟੀਚਰ ਚੱਲਦਾ ਹੈ ਆਪਣੀ ਇਨਰ ਸਾਈਡ ਦੇ ਵਿੱਚ, ਉਹ ਐਜ਼ ਅ ਬਹੁਤ ਕੰਪੈਸ਼ਨੇਟ ਹੁੰਦਾ ਹੈ, ਕੇਅਰਿੰਗ ਹੁੰਦਾ ਹੈ, ਲੇਕਿਨ ਕਿਤੇ ਕਿਤੇ ਬੱਚੇ ਨੂੰ ਡਾਂਟ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਕਰਕੇ ਜਦੋਂ ਦੋਨੋਂ ਕੁਆਲਿਟੀਜ਼ ਇਕੱਠੇ ਲੈ ਕੇ ਬੈਲੈਂਸਡ ਰੂਪ ਦੇ ਵਿੱਚ ਟੀਚਰ ਚੱਲਦਾ ਹੈ, ਫਿਰ ਹੀ ਬੱਚਾ ਇੱਕ ਸਕਸੈਸਫੁਲ ਪਰਸਨ ਬਣ ਸਕਦਾ ਹੈ। ਕਲਾਸ ਦੇ ਵਿੱਚ ਬਹੁਤ ਬੱਚੇ ਹੁੰਦੇ ਨੇ ਜੀ, ਜ਼ਿਆਦਾ ਹੁਸ਼ਿਆਰ ਬੱਚੇ ਨੂੰ ਸਾਰੇ ਬੜੇ ਪਿਆਰ ਕਰਦੇ ਆ, ਤੇ ਜਿਹੜੇ ਘੱਟ ਪੜ੍ਹਦੇ ਬੱਚੇ ਆ ਜਾਂ ਫਿਰ ਜਿਹੜੇ ਪਿਛੜ ਜਾਂਦੇ ਆ ਥੋੜਾ ਪੜ੍ਹਾਈ ਤੋਂ, ਫਿਰ ਉਸ ਨੂੰ ਅਧਿਆਪਕ ਕਿਸ ਤਰੀਕੇ ਦੇ ਨਾਲ ਮੈਨੇਜ ਕਰਦਾ ਜਾਂ ਸੰਭਾਲਦਾ ਜਾਂ ਫਿਰ ਉਹਨੂੰ ਪੜ੍ਹਾਈ ਦੇ ਵਿੱਚ ਸ਼ਾਮਿਲ ਕਰਦਾ ਹੈ? ਜੀ, ਇਹ ਅਜ਼ਿਊਮ ਅਸੀਂ ਕਰਦੇ ਹਾਂ ਕਿ ਟੀਚਰ ਜਿਹੜਾ ਹੈ ਉਹ ਇੰਟੈਲੀਜੈਂਟ ਸਟੂਡੈਂਟਸ ਨੂੰ ਬਹੁਤ ਪਿਆਰ ਕਰਦਾ ਹੈ ਤੇ ਜਿਹੜੇ ਬੱਚੇ ਇੰਨਾ ਜ਼ਿਆਦਾ ਅੱਛਾ ਨਹੀਂ ਪਰਫਾਰਮ ਕਰ ਪਾਉਂਦੇ ਉਹਨਾਂ ਨੂੰ ਪਿਆਰ ਨਹੀਂ ਕਰਦਾ। ਲੇਕਿਨ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੈ। ਜਿਹੜੇ ਅੱਛੇ ਟੀਚਰਸ ਹੁੰਦੇ ਹਨ ਉਹ ਸਾਰੇ ਬੱਚਿਆਂ ਨੂੰ ਇਕੁਅਲੀ ਹੀ ਟਰੀਟ ਕਰਦੇ ਹਨ, ਇਕੁਅਲੀ ਪਿਆਰ ਕਰਦੇ ਹਨ। ਲੇਕਿਨ ਇਹ ਹੁੰਦਾ ਹੈ ਕਿ ਟੀਚਰ ਨੂੰ ਚਾਹੀਦਾ ਹੈ ਕਿ ਜਿਹੜੇ ਬੱਚੇ ਨਹੀਂ ਅੱਛਾ ਪਰਫਾਰਮ ਕਰ ਸਕਦੇ ਆ ਉਹਨਾਂ ਦੀਆਂ ਕੁਝ ਆਪਣੀਆਂ ਲਿਮਿਟੇਸ਼ਨਸ ਹੋ ਸਕਦੀਆਂ ਹੈ। ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਬੱਚਾ ਬੈਕ ਬੈਂਚਰ ਹੈ, ਪਿੱਛੇ ਬੈਠਾ ਹੈ, ਉਹ ਵਧੀਆ ਪਰਫਾਰਮ ਨਹੀਂ ਕਰ ਰਿਹਾ ਹੈ, ਉਸ ਟਾਈਮ ਟੀਚਰ ਜੇ ਅਜ਼ਿਊਮ ਕਰੇ ਕਿ ਹੋ ਸਕਦਾ ਹੈ ਬੱਚਾ ਪੜ੍ਹ ਕੇ ਨਹੀਂ ਆਇਆ, ਲੇਕਿਨ ਉਸ ਦੀ ਆਪਣੀਆਂ ਕੁਝ ਪ੍ਰੋਬਲਮਸ ਹੋ ਸਕਦੀਆਂ, ਫਿਜ਼ੀਕਲ ਪ੍ਰੋਬਲਮਸ ਹੋ ਸਕਦੀਆਂ, ਹੋ ਸਕਦਾ ਹੈ ਕਿ ਬੱਚੇ ਨੂੰ ਪਿੱਛੇ ਬੈਠ ਕੇ ਬਲੈਕ ਬੋਰਡ ਦਿਖ ਹੀ ਨਹੀਂ ਰਿਹਾ ਹੋਵੇ, ਉਸ ਨੂੰ ਆਈਸਾਈਟ ਦੀ ਪ੍ਰੋਬਲਮ ਹੋ ਸਕਦੀ ਹੈ। ਜਿਹੜਾ ਅੱਛਾ ਟੀਚਰ ਹੁੰਦਾ ਹੈ ਉਸ ਦਾ ਇਹ ਫਰਜ਼ ਬਣਦਾ ਹੈ ਕਿ ਉਹ ਹਰੇਕ ਬੱਚੇ ਤੱਕ ਇੰਡੀਵਿਜੂਅਲ ਅਟੈਂਸ਼ਨ ਦੇ ਔਰ ਹਰੇਕ ਬੱਚੇ ਤੱਕ ਜਾਏ ਔਰ ਉਸ ਬੱਚੇ ਦੀਆਂ ਪ੍ਰੋਬਲਮਸ ਨੂੰ ਸਮਝੇ। ਕਿਉਂਕਿ ਇੱਕ ਸਾਈਕੋਲੋਜੀ ਜੋ ਹੈ ਉਹ ਟੀਚਰ ਦੇ ਵਿੱਚ ਪਹਿਲੇ ਹੀ ਗੁਣ ਹੁੰਦਾ ਹੈ, ਐਜ਼ ਅ ਸਾਈਕੋਲੋਜਿਸਟ ਉਹ ਉਸ ਨੂੰ ਟਰੀਟ ਕਰ ਸਕਦਾ ਹੈ ਤੇ ਉਹ ਉਸ ਦੀਆਂ ਪ੍ਰੋਬਲਮਸ ਨੂੰ ਸਮਝ ਕੇ ਪੇਰੈਂਟਸ ਦੀ ਕੋਆਪਰੇਸ਼ਨ ਦੇ ਨਾਲ ਉਸ ਦਾ ਸੋਲੂਸ਼ਨ ਫਾਈਂਡ ਆਊਟ ਕਰ ਸਕਦੇ ਹਨ, ਉਸ ਨੂੰ ਮੋਟੀਵੇਟ ਕੀਤਾ ਜਾ ਸਕਦਾ ਹੈ ਔਰ ਉਹ ਬੱਚੇ ਨੂੰ ਉਤਸ਼ਾਹ ਕਰ ਦੇ ਕੇ ਉਸ ਦੀਆਂ ਛੋਟੀਆਂ-ਛੋਟੀਆਂ ਪ੍ਰਾਪਤੀਆਂ, ਉਸ ਨੂੰ ਛੋਟੇ-ਛੋਟੇ ਏਮਸ ਦੇ, ਤਾਂ ਕਿ ਬੱਚਾ ਛੋਟੇ-ਛੋਟੇ ਏਮਸ ਅਚੀਵ ਕਰਕੇ ਇੱਕ ਸਕਸੈਸਫੁਲ ਇੱਕ ਸੈਟਿਸਫੈਕਸ਼ਨ ਦੀ ਫੀਲਿੰਗ ਉਸ ਨੂੰ ਮਿਲੇ, ਇੱਕ ਅਚੀਵਮੈਂਟ ਦੀ ਫੀਲਿੰਗ ਆਏ ਔਰ ਉਸ ਦੇ ਨਾਲ ਉਸ ਦੇ ਟਾਰਗੇਟਸ ਉੱਚੇ ਸੈੱਟ ਬਾਅਦ ਦੇ ਵਿੱਚੋਂ ਕਰਕੇ ਉਸ ਬੱਚੇ ਨੂੰ ਮੇਨ ਸਟਰੀਮ ਤੇ ਲੈ ਕੇ ਆਇਆ ਜਾ ਸਕਦਾ ਹੈ। ਉਸ ਬੱਚੇ ਨੂੰ ਵੀ ਮੋਟੀਵੇਟ ਕਰਕੇ ਅੱਛੇ ਸਟੈਂਡਰਡ ਤੱਕ ਲੈ ਜਾਇਆ ਜਾ ਸਕਦਾ ਹੈ। ਕਈ ਬੱਚੇ ਇਸ ਚੀਜ਼ ਨੂੰ ਪਾਰਸ਼ੈਲਿਟੀ ਵੀ ਕਈ ਵਾਰ ਸਮਝ ਲੈਂਦੇ ਹਨ ਤੇ ਕਈ ਵਾਰ ਟੀਚਰ ਵੀ ਇਸ ਫੇਸ ਨੂੰ ਸਾਹਮਣਾ ਕਰਦੇ ਨੇ ਜਦੋਂ ਬੱਚੇ ਇਸ ਤਰੀਕੇ ਦੀ ਗੱਲ ਕਰਦੇ ਨੇ ਕਿ ਨਹੀਂ, ਆਹ ਟੀਚਰ ਜਿਹੜੇ ਹੁਸ਼ਿਆਰ ਬੱਚਿਆਂ ਨੂੰ ਸਿਰਫ ਪਿਆਰ ਕਰਦੇ ਆ ਤੇ ਬਾਕੀਆਂ ਨੂੰ ਨਹੀਂ ਕਰਦੇ। ਨਹੀਂ, ਉਹ ਇਸ ਤਰ੍ਹਾਂ ਨਹੀਂ ਹੁੰਦਾ ਹੈ, ਆਮ ਤੌਰ ਤੇ ਇਸ ਤਰ੍ਹਾਂ ਨਹੀਂ ਹੁੰਦਾ।
ਟੀਚਰ ਨਾਰਮਲੀ ਜਦੋਂ ਕਲਾਸ ਦੇ ਵਿੱਚ ਟੀਚਿੰਗ ਕਰ ਰਿਹਾ ਹੁੰਦਾ ਹੈ ਤੇ ਉਸ ਟਾਈਮ ਉਹ ਸਾਰੇ ਬੱਚਿਆਂ ਨੂੰ ਹੀ ਐਡਰੈਸ ਕਰ ਰਿਹਾ ਹੁੰਦਾ ਹੈ, ਲੇਕਿਨ ਹਾਂ ਟੀਚਰ ਨੂੰ ਇਹ ਚਾਹੀਦਾ ਹੈ ਕਿ ਉਹ ਸਾਰੇ ਬੱਚਿਆਂ ਤੱਕ ਪਹੁੰਚੇ, ਸਾਰੇ ਬੱਚਿਆਂ ਨਾਲ ਪੋਜ਼ਿਟਿਵਲੀ ਇੰਟਰੈਕਸ਼ਨ ਕਰੇ। ਜਦੋਂ ਅਸੀਂ ਇੰਟਰੈਕਸ਼ਨ ਕਰਦੇ ਆ ਤਾਂ ਜਿਹੜੇ ਬੱਚੇ ਹੈਜ਼ੀਟੈਂਟ ਹੁੰਦੇ ਆ, ਜਿਹੜੇ ਬੱਚੇ ਨਹੀਂ ਖੁੱਲ ਕੇ ਬੋਲ ਪਾਉਂਦੇ ਆ, ਉਹ ਵੀ ਪਿਆਰ ਦੇ ਨਾਲ, ਉਹਨੂੰ ਕੇਅਰ ਦੇ ਨਾਲ ਉਹ ਵੀ ਬੱਚੇ ਕੰਮ ਕਰਨ ਲੱਗ ਪੈਂਦੇ ਹਨ ਤੇ ਇਸ ਕਰਕੇ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਟੀਚਰ ਜੇ ਸਮਝਦਾਰ ਹੋਏ, ਸੁਚੇਤ ਹੋਏ ਤਾਂ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਵੀ ਆਪਣੇ ਨਾਲ ਜੋੜ ਕੇ ਉਹਨਾਂ ਦੀ ਪਰਫਾਰਮੈਂਸ ਨੂੰ ਇਨਕਰੀਜ਼ ਕਰ ਸਕਦੇ ਹੈ। ਕੁਝ ਬੱਚੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਕੋਈ ਰੁਚੀ ਨਹੀਂ ਹੁੰਦੀ, ਕੋਈ ਸੁਪਨਾ ਵੀ ਨਹੀਂ ਹੁੰਦਾ, ਪੜ੍ਹਾਈ ਲਿਖਾਈ 'ਚ ਬਿਲਕੁਲ ਧਿਆਨ ਨਹੀਂ ਹੁੰਦਾ, ਉਸਨੂੰ ਅੱਗੇ ਮੋਟੀਵੇਟ ਕਰਨ ਲਈ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਉਮੀਦ ਇੱਕ ਟੀਚਰ ਭਰਦਾ ਹੈ, ਉਹ ਕੋਈ ਅਲੱਗ ਤਰੀਕਾ ਉਹਨਾਂ ਲਈ ਅਪਣਾਉਂਦੇ ਨੇ ਜਾਂ ਫਿਰ ਉਸੇ ਤਰੀਕੇ ਦੇ ਨਾਲ ਜਿਵੇਂ ਉਹ ਬਾਕੀਆਂ ਨੂੰ ਕਰਦੇ ਆ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਅੱਗੇ ਵਧਾਉਂਦੇ ਨੇ। ਜਨਰਲੀ ਇਹ ਦੇਖਣ 'ਚ ਆਉਂਦਾ ਹੈ ਕਿ ਜਦੋਂ ਇੱਕ ਕਲਾਸਰੂਮ ਦੇ ਵਿੱਚ ਬਹੁਤ ਸਾਰੇ ਬੱਚੇ ਹੈ ਜੀ, ਸਾਰਿਆਂ ਦੇ ਆਪਣੀਆਂ ਪ੍ਰੋਬਲਮਸ ਹੈ, ਇੰਡੀਵਿਜੂਅਲ ਡਿਫਰੈਂਸਿਸ ਹੈ, ਆਪਣੀਆਂ ਐਬਿਲਿਟੀਜ਼ ਹੈ, ਕੈਪੇਬਿਲਿਟੀਜ਼ ਹੈ, ਲਰਨਿੰਗ ਸਟਾਈਲਸ ਹੈ, ਸਭ ਅਲੱਗ ਤਰ੍ਹਾਂ ਦੇ ਹੁੰਦੇ ਆ, ਆਪਣੀ ਨੇਚਰ ਹੈ, ਡਿਫਰੈਂਟ ਨੇਚਰ ਹੈ ਔਰ ਉਹਨਾਂ ਦੀ ਫੈਮਿਲੀ ਬੈਕਗਰਾਉਂਡ ਵੀ ਡਿਫਰੈਂਟ ਹੁੰਦੀ ਹੈ। ਕੁਝ ਬੱਚਿਆਂ ਨੂੰ ਹੈਰੀਡਿਟਰੀ ਕੁਝ ਪ੍ਰੋਬਲਮਸ ਹੋ ਸਕਦੀਆਂ, ਕੁਝ ਬੱਚਿਆਂ ਦਾ এনवायरमेंटल ਪ੍ਰੋਬਲਮਸ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਅਸੀਂ ਕਹਿ ਸਕਦੇ ਹਾਂ ਕਈ ਵਾਰ ਫੈਮਿਲੀ ਦੇ ਵਿੱਚ ਡਿਸਪਿਊਟ ਹੈ, ਮਦਰ ਫਾਦਰ ਦੇ ਵਿੱਚ ਡਿਸਪਿਊਟ ਚੱਲ ਰਿਹਾ ਹੈ ਜਾਂ ਫਿਰ ਬੱਚਿਆਂ ਨੂੰ ਜ਼ਿਆਦਾ ਸਨਬ ਕੀਤਾ ਜਾਂਦਾ ਹੈ ਘਰ ਦੇ ਵਿੱਚ। ਕੁਝ এনवायरमेंटल ਪ੍ਰੋਬਲਮਸ ਹੋ ਸਕਦੀਆਂ ਹੈ ਜਿਹੜੇ ਕਿ ਬੱਚੇ ਦੇ ਇੱਕ ਸਾਫ਼ ਤੇ ਮਨ ਦੇ ਵਿੱਚ ਬਹੁਤ ਗਹਿਰਾ ਪ੍ਰਭਾਵ ਛੱਡ ਦਿੰਦੀਆਂ ਹਨ। ਉਸ ਕਰਕੇ ਉਹ ਬੱਚੇ ਫਿਰ ਜ਼ਿਆਦਾ ਸ਼ਰਾਰਤੀ ਹੋ ਜਾਂਦੇ ਹਨ, ਉਹ ਅਟੈਂਸ਼ਨ ਸੀਕਰ ਹੋ ਜਾਂਦੇ ਹਨ। ਅਟੈਂਸ਼ਨ ਸੀਕਣ ਵਾਸਤੇ ਉਹ ਇਦਾਂ ਦੀਆਂ ਐਕਟੀਵਿਟੀਜ਼ ਕਰਦੇ ਹਨ ਜਿਸ ਦੇ ਨਾਲ ਸਾਰਿਆਂ ਦਾ ਧਿਆਨ ਉਹਨਾਂ ਵੱਲ ਜਾਏ। ਤੇ ਜਿਹੜਾ ਟੀਚਰ ਹੈ ਉਹ ਅਲੱਗ-ਅਲੱਗ ਕਲਚਰਲ ਬੈਕਗਰਾਉਂਡ, ਸੋਸ਼ੋ ਇਕਨੋਮਿਕ ਬੈਕਗਰਾਉਂਡ ਤੇ ਉਹਨਾਂ ਦੀਆਂ ਫੈਮਿਲੀ ਹਿਸਟਰੀ ਨੂੰ ਜਾਣ ਕੇ ਬੱਚੇ ਦੀ ਪ੍ਰੋਬਲਮਸ ਨੂੰ ਸਮਝ ਕੇ ਉਸ ਨੂੰ ਸਹੀ ਡਾਇਰੈਕਸ਼ਨ ਦੇ ਸਕਦਾ ਹੈ ਤੇ ਇਹ ਕਰਨਾ ਇੱਕ ਟੀਚਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਤਾਂ ਕਿ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਪ੍ਰੋਪਰਲੀ ਗਾਈਡ ਕਰ ਸਕੇ। ਬੱਚੇ ਦੇ ਵਿੱਚ ਰੁਚੀ ਨੂੰ ਪੈਦਾ ਕਰਨ ਦੇ ਲਈ ਅਧਿਆਪਕ ਕੀ ਉਪਰਾਲੇ ਕਰ ਸਕਦਾ ਹੈ? ਜੀ, ਬੱਚੇ ਦੇ ਵਿੱਚ ਜੇ ਇੰਟਰਸਟ ਨਹੀਂ ਹੈ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕੁਝ ਬੱਚੇ ਬਹੁਤ ਅੱਛਾ ਪਰਫਾਰਮ ਕਰਦੇ ਆ, ਕੁਝ ਨਹੀਂ ਪਰਫਾਰਮ ਕਰਦੇ, ਤਾਂ ਉਹਦੇ ਲਈ ਬੱਚੇ ਜੋ ਟੀਚਰ ਹੈ ਉਹ ਡਿਫਰੈਂਟ ਐਕਟੀਵਿਟੀ ਬੇਸਡ ਪਰਫਾਰਮੈਂਸ ਜੋ ਹੈ ਉਹ ਕਰਵਾ ਸਕਦਾ ਹੈ। ਪੜ੍ਹਾਈ ਜਿਹੜੀ ਹੈ ਉਸਨੂੰ ਹੋਰ ਇੰਟਰਸਟਿੰਗ ਵੇ ਨਾਲ ਪ੍ਰੈਜ਼ੈਂਟ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ, ਸਕੂਲਸ ਦੇ ਵਿੱਚ ਪ੍ਰੋਜੈਕਟਰਸ ਹੈ, ਉਹਨਾਂ ਦਾ ਵੀਡੀਓ ਕਲਿੱਪਿੰਗ ਹੈ, ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਬੱਚਿਆਂ ਦੀਆਂ ਐਕਟੀਵਿਟੀਜ਼ ਸਮਾਲ ਗਰੁੱਪ ਬੇਸਡ ਐਕਟੀਵਿਟੀਜ਼ ਕਰਵਾਈਆਂ ਜਾ ਸਕਦੀਆਂ ਹੈ ਤੇ ਇਸ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਉਹਨਾਂ ਦੀ ਇੰਟਰਸਟ ਡਿਵੈਲਪ ਕੀਤਾ ਜਾ ਸਕਦਾ ਹੈ। ਜੀ, ਇੱਕ ਅਧਿਆਪਕ ਦੀ ਜ਼ਿੰਮੇਵਾਰੀ ਕਿ ਸਿਰਫ ਕਲਾਸਰੂਮ ਤੱਕ ਹੀ ਹੈ ਕਿ ਉਸ ਤੋਂ ਬਾਅਦ ਵੀ ਉਹ ਬੱਚੇ ਦੇ ਵਿਕਾਸ ਦੇ ਲਈ ਉਨਾ ਹੀ ਯੋਗਦਾਨ ਪਾਉਂਦਾ ਹੈ ਜਿੰਨਾ ਉਹਦੇ ਸਕੂਲ ਟਾਈਮ ਤੇ ਪਾਉਂਦਾ ਹੋਵੇਗਾ? ਇੱਕ ਅਧਿਆਪਕ ਦਾ ਜੋ ਇੰਪ੍ਰੈਸ਼ਨ ਹੈ ਜਾਂ ਉਸਦਾ ਇੰਪੈਕਟ ਹੈ ਇੱਕ ਬੱਚੇ ਦੇ ਉੱਤੇ, ਉਹ ਆਈ ਥਿੰਕ ਕਿ ਲਾਈਫ ਲੌਂਗ ਰਹਿੰਦਾ ਹੈ। ਕੋਈ ਵੀ ਬੱਚਾ ਹੈ, ਚਾਹੇ ਮੈਂ ਐਜ਼ ਅ ਸਟੂਡੈਂਟ ਰਹੀ ਹੋਵਾਂ ਜਾਂ ਤੁਸੀਂ ਰਹੇ ਹੋ ਸਕਦਾ ਹੈ ਕਿ ਕੁਝ ਟੀਚਰਸ ਇੱਦਾਂ ਦੇ ਹੋਣਗੇ ਸਾਡੀ ਲਾਈਫ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਪੂਰੀ ਜ਼ਿੰਦਗੀ ਤੱਕ ਯਾਦ ਕਰਦੇ ਹਾਂ ਤੇ ਇਸ ਕਰਕੇ ਇੱਕ ਜਿਹੜਾ ਟੀਚਰ ਹੈ, ਜਿਹੜਾ ਇੱਕ ਆਦਰਸ਼ ਟੀਚਰ ਹੈ ਜਾਂ ਵਧੀਆ ਟੀਚਰ ਹੈ, ਉਹ ਇੱਕ ਬੱਚੇ ਦੇ ਨਾਲ ਸਿਰਫ ਕਲਾਸਰੂਮ ਤੱਕ ਹੀ ਨਹੀਂ ਸੀਮਿਤ ਹੁੰਦਾ, ਉਸਦੀ ਜ਼ਿੰਦਗੀ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਬਹੁਤ ਸਾਰੇ ਇੱਦਾਂ ਦੇ ਸਟੂਡੈਂਟਸ ਹੈ ਜਿਹੜੇ ਸਾਡੇ ਕੋਲ ਕਈ ਸਾਲ ਪਹਿਲਾਂ ਪੜ੍ਹ ਕੇ ਜਾ ਚੁੱਕੇ ਹਨ ਲੇਕਿਨ ਅੱਜ ਤੱਕ ਵੀ ਉਹ ਸਾਡੇ ਨਾਲ ਇਨ ਟੱਚ ਹਨ। ਉਹ ਜਦੋਂ ਵੀ ਜੇ ਕਿਸੇ ਹੋਰ ਸਿਟੀ ਦੇ ਵਿੱਚ ਵੀ ਸ਼ਿਫਟ ਹੋ ਗਏ ਹੈ ਲੇਕਿਨ ਜਦੋਂ ਕਦੀ ਸਾਡੇ ਸ਼ਹਿਰ ਦੇ ਵਿੱਚ ਆਉਂਦੇ ਹਨ ਤਾਂ ਉਸ ਬਕਾਇਦਾ ਮਿਲ ਕੇ ਜਾਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਟੀਚਰ ਦਾ ਪ੍ਰਭਾਵ ਇੱਕ ਬੱਚੇ ਦੇ ਉੱਤੇ ਸਿਰਫ ਫॉर द टाइम बीइंग ਨਹੀਂ ਹੁੰਦਾ, ਥੋੜੇ ਸਮੇਂ ਲਈ ਨਹੀਂ ਹੁੰਦਾ, ਬਲਕਿ ਕਾਫੀ ਲਾਈਫ ਲੌਂਗ ਹੁੰਦਾ ਹੈ। ਤੁਸੀਂ ਵੀ ਸਟੂਡੈਂਟ ਰਹੇ ਹੋ, ਵਿਦਿਆਰਥੀ ਰਹੇ ਹੋ, ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਟੀਚਰ ਦਾ ਬਹੁਤ ਜ਼ਿਆਦਾ ਇੰਪੈਕਟ ਪਿਆ ਹੈ? ਜੀ, ਵੈਸੇ ਤਾਂ ਇੱਕ ਜਿਹੜਾ ਵੀ ਪਰਸਨ ਹੋਏ ਉਸਦੀ ਲਾਈਫ ਦੇ ਵਿੱਚ ਸਭ ਤੋਂ ਪਹਿਲਾ ਜੋ ਉਹਦੇ ਗੁਰੂ ਹੈ ਉਹ ਮਾਤਾ ਪਿਤਾ ਹੁੰਦੇ ਹਨ ਜੀ। ਇੱਕ ਬੱਚਾ ਸਭ ਤੋਂ ਪਹਿਲਾਂ ਜਨਮ ਤੋਂ ਬਾਅਦ ਆਪਣੇ ਕੁਝ ਸਮੇਂ ਆਪਣੇ ਮਾਤਾ ਪਿਤਾ ਦੇ ਕੇਅਰ ਦੇ ਵਿੱਚ ਰਹਿੰਦਾ ਹੈ ਔਰ ਉਹੀ ਉਸਨੂੰ ਕਾਫੀ ਚੀਜ਼ਾਂ ਸਿਖਾਉਂਦੇ ਹਨ। ਉਸ ਤੋਂ ਬਾਅਦ ਜਦੋਂ ਫਾਰਮਲ ਐਜੂਕੇਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਟੀਚਰਸ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ। ਤੇ ਜੇ ਮੈਂ ਕਹਾਂ ਤਾਂ ਬਚਪਨ ਤੋਂ ਲੈ ਕੇ
यूनिवर्सिटी लेवल तक ਜਦੋਂ ਤੱਕ ਮੈਂ ਪੜ੍ਹਾਈ ਕੀਤੀ ਹੈ ਤਾਂ ਉਸ ਦੇ ਵਿੱਚ ਵੱਖ-ਵੱਖ ਟੀਚਰਸ ਨੇ ਆਪਣਾ ਰੋਲ ਨਿਭਾਇਆ ਹੈ, ਜਿਨ੍ਹਾਂ ਨੇ ਮੈਨੂੰ ਬਹੁਤ ਹੀ ਪਿਆਰ ਦਿੱਤਾ ਹੈ, ਬਹੁਤ ਸਪੋਰਟ ਦਿੱਤਾ ਹੈ, ਮੈਨੂੰ ਬਹੁਤ ਐਨਕਰੇਜ ਕੀਤਾ ਹੈ। ਤੇ ਜੇ ਮੈਂ ਕਦੀ ਕਿਸੇ ਇੱਕ ਟੀਚਰ ਦਾ ਨਾਮ ਲਵਾਂ ਤਾਂ ਉਹ ਸ਼ਾਇਦ ਜਸਟਿਸ ਨਹੀਂ ਹੋਏਗਾ। ਮੇਰੇ ਲਈ ਮੇਰੇ ਸਾਰੇ ਟੀਚਰਸ ਬਹੁਤ ਹੀ ਆਨਰੇਬਲ ਹਨ, ਬਹੁਤ ਹੀ ਪਿਆਰੇ ਹਨ ਤੇ ਉਹਨਾਂ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਜੋ ਮੈਂ ਅੱਜ ਹੈ ਮੈਂ ਉਹਨਾਂ ਦੀ ਬਦੌਲਤ ਹਾਂ। ਹਾਂ, ਇੱਕ ਫਾਰਮਲ ਐਜੂਕੇਸ਼ਨ ਤੋਂ ਬਿਨਾਂ ਵੀ ਜੋ ਲਾਈਫ ਲੈਸਨਸ ਹੈ ਉਹ ਬੰਦਾ ਬਹੁਤ ਸਾਰੇ ਲੋਕਾਂ ਤੋਂ ਸਿੱਖ ਸਕਦਾ ਹੈ। ਮੇਰੀ ਲਾਈਫ ਦੇ ਵਿੱਚ ਜਿਹੜੇ ਮੈਨੂੰ ਲਾਈਫ ਲੈਸਨਸ ਹੈ ਉਹ ਮੇਰੇ ਅਧਿਆਤਮਿਕ ਗੁਰੂ ਹੈ ਸ਼੍ਰੀ ਰਮਨੀਕ ਮੁਨੀ ਜੀ ਮਹਾਰਾਜ, ਉਹਨਾਂ ਨੇ ਬਹੁਤ ਮੈਨੂੰ ਇਮੋਸ਼ਨਲ ਸਪੋਰਟ ਦਿੱਤੀ, ਮੈਨੂੰ ਸਿਖਾਇਆ। ਉਸ ਤੋਂ ਇਲਾਵਾ ਸਕੂਲ ਦੇ ਵਿੱਚ ਮੈਨੂੰ ਟੀਚਿੰਗ ਜੌਬ ਕਰਦੇ ਹੋਏ ਮੈਨੂੰ 22 ਸਾਲ ਹੋ ਗਏ ਹੈ ਤੇ ਮੇਰੇ ਪ੍ਰੈਜ਼ੈਂਟ ਸਕੂਲ ਦੇ ਵਿੱਚ ਮੇਰੇ ਟੀਚਰ, ਮੇਰੇ ਕਲੀਗ, ਸਾਡੇ ਆਫੀਸ਼ੀਏਟਿੰਗ ਪ੍ਰਿੰਸੀਪਲ ਰਹੇ ਸ਼੍ਰੀ ਜਗਦੀਸ਼ ਰਾਏ ਜੀ, ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ। ਉਹਨਾਂ ਨੇ ਮੇਰੇ ਅੰਦਰ, ਜਦੋਂ ਮੈਂ ਇਸ ਸਕੂਲ ਦੇ ਵਿੱਚ ਪਹਿਲਾਂ ਆਈ ਤਾਂ ਮੈਂ ਸ਼ਾਇਦ ਉਹਨਾਂ ਬੱਚਿਆਂ ਦੀ ਸਾਈਕੋਲੋਜੀ ਨਾ ਸਮਝਦੀ ਹੋਵਾਂ, ਮੈਨੂੰ ਉਨੀ ਪੇਰੈਂਟਸ ਦੇ ਨਾਲ, ਸੋਸਾਇਟੀ ਨਾਲ ਡੀਲ ਕਰਨਾ ਨਹੀਂ ਆਉਂਦਾ ਸੀ ਜਿੰਨਾ ਮੈਂ ਉਹਨਾਂ ਨੂੰ ਦੇਖਦੇ ਦੇਖਦੇ ਮੈਂ ਉਹਨਾਂ ਕੋਲੋਂ ਸਿੱਖਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਅੰਦਰ ਇਹ ਜਜ਼ਬਾ ਪੈਦਾ ਕੀਤਾ ਕਿ ਆਪਣੇ ਰਾਈਟਸ ਦੇ ਲਈ ਕਿੱਦਾਂ ਸਟੈਂਡ ਲੈਣਾ ਹੈ, ਕਿੱਦਾਂ ਤੁਸੀਂ ਇਨਜਸਟਿਸ ਦੇ ਖਿਲਾਫ ਖੜੇ ਹੋਣਾ ਹੈ। ਇਹ ਸਭ ਕੁਝ ਉਹਨਾਂ ਦਾ ਬਹੁਤ ਬੜਾ ਯੋਗਦਾਨ ਮੇਰੀ ਲਾਈਫ ਨੂੰ ਸ਼ੇਪ ਕਰਨ ਦੇ ਵਿੱਚ ਵੀ ਹੈ। ਇਸ ਕਰਕੇ ਮੈਂ ਉਹਨਾਂ ਨੂੰ ਵੀ ਆਪਣਾ ਟੀਚਰ ਹੀ ਸਮਝਦੀ ਹਾਂ। ਉਹ ਮੇਰੇ ਫਰੈਂਡ, ਫਿਲਾਸਫਰ, ਗਾਈਡ ਸਭ ਉਹ ਹਨ ਤੇ ਅੱਜ ਤੱਕ ਵੀ ਉਹ ਮੈਨੂੰ ਮੋਟੀਵੇਟ ਕਰਦੇ ਹਨ ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ। ਤੋ ਵਿਦਿਆਰਥੀਆਂ ਦੇ ਤੁਹਾਡੇ ਉੱਤੇ ਕੀ ਪ੍ਰਭਾਵ ਪਿਆ ਇਹਦੇ ਬਾਰੇ ਵੀ ਅਸੀਂ ਜਾਣਾਂਗੇ, ਪਰ ਇਸ ਤੋਂ ਪਹਿਲਾਂ ਹੁਣ ਗੀਤ ਦਾ ਵੇਲਾ ਹੋ ਗਿਆ, ਅਸੀਂ ਗੀਤ ਦਾ ਆਨੰਦ ਲੈ ਲੈਂਦੇ ਹਾਂ। ਚੜ੍ਹਨਾ ਸਿਖਾਇਆ ਅਸੀਂ ਤੈਨੂੰ, ਲਿਖਣਾ ਤੇ ਪੜ੍ਹਨਾ ਸਿਖਾਇਆ, ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ। ਤੂੰ ਚੜ੍ਹ ਕੇ ਉਹ ਆਕਾਸ਼, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈ ਜਦੋਂ ਪੌਂਚਾ ਫੜ ਲੈਂਦੀਆਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈ ਜਦੋਂ ਪੌਂਚਾ ਫੜ ਲੈਂਦੀਆਂ। ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਤੇਰੇ ਕੋਲ ਤਾਨਪੁਰੇ, ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ। ਤੇਰੇ ਕੋਲ ਤਾਨਪੁਰੇ, ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ। ਕਦੇ ਭੁੱਲੀਏ ਨਾ ਆਪਣੀ ਔਕਾਤ, ਕਦੇ ਭੁੱਲੀਏ ਨਾ ਆਪਣੀ ਔਕਾਤ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਜੱਟੀ ਆਇਆ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ, ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ। ਜੱਟੀ ਆਇਆ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ, ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ। ਅਸੀਂ ਹੁੰਨੇ ਆ ਗੁਰਾਂ ਦੇ ਦਾਸ, ਅਸੀਂ ਹੁੰਨੇ ਆ ਗੁਰਾਂ ਦੇ ਦਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਪ੍ਰੋਗਰਾਮ ਗੱਲਾਂ ਤੇ ਗੀਤ ਤੁਸੀਂ ਦੇਖ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਸਿੱਖਿਆ ਦੇ ਵਿੱਚ ਅਧਿਆਪਕ ਦਾ ਯੋਗਦਾਨ।
ਇਸ ਦੇ ਲਈ ਸਾਡੇ ਨਾਲ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਮੈਡਮ ਪੂਜਾ ਸ਼ਰਮਾ ਜੀ। ਸੋ ਗੱਲ ਕਰ ਰਹੇ ਸੀ ਅਸੀਂ ਮੈਮ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਕਿਸੇ ਟੀਚਰ ਦਾ ਇੰਪੈਕਟ ਪਿਆ, ਤੇ ਹੁਣ ਮੈਂ ਜਾਣਨਾ ਚਾਹਾਂਗੀ ਕਿ ਵਿਦਿਆਰਥੀ ਦਾ ਜੀਵਨ ਦਾ ਵੀ ਬਹੁਤ ਇੰਪੈਕਟ ਪੈਂਦਾ ਹੈ ਇੱਕ ਅਧਿਆਪਕ ਦੇ ਜੀਵਨ ਦੇ ਉੱਤੇ। ਤੁਹਾਡੇ ਜੀਵਨ ਦੇ ਉੱਤੇ ਵਿਦਿਆਰਥੀਆਂ ਦਾ ਕਿੰਨਾ ਕੁ ਇੰਪੈਕਟ ਪਿਆ? ਮੈਮ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਜਿਹੜਾ ਇੱਕ ਲਰਨਿੰਗ ਪ੍ਰੋਸੈਸ ਹੈ ਉਹ ਲਾਈਫ ਲੌਂਗ ਚੱਲਦਾ ਹੈ ਜੀ। ਇੱਕ ਬੱਚਾ ਸਿਰਫ ਹੀ ਆਪਣੇ ਟੀਚਰਸ को नहीं सीखता है, वो आले दुआले सब तो सीखता है। तो ਚਾਹੇ ਇੱਕ ਟੀਚਰ ਜੋ ਹੈ ਉਹ ਬਹੁਤ ਜ਼ਿਆਦਾ ਅਪਰ ਪਲੇਸ ਤੇ ਉਸ ਦਾ ਸਥਾਨ ਹੁੰਦਾ ਹੈ, ਉਹ ਐਕਸਪੀਰੀਅੰਸ ਦੇ ਵਿੱਚ ਵੀ ਬੜਾ ਹੁੰਦਾ ਹੈ, ਏਜ ਵਾਈਜ਼ ਵੀ ਬੜਾ ਹੁੰਦਾ ਹੈ, ਉਸ ਦੀ ਅਬਿਲਿਟੀਜ਼ ਵੀ ਜ਼ਿਆਦਾ ਹੁੰਦੀਆਂ ਹੈ ਐਜ਼ ਕੰਪੇਅਰ ਟੂ ਸਟੂਡੈਂਟਸ। ਲੇਕਿਨ ਕੁਝ ਬੱਚੇ ਐਕਸੈਪਸ਼ਨਲ ਹੁੰਦੇ ਆ, ਉਹਨਾਂ ਦੇ ਵਿੱਚ ਕੁਝ ਡਿਫਰੈਂਟ ਕੁਆਲਿਟੀਜ਼ ਹੁੰਦੀਆਂ ਹੈ। ਇੱਕ ਟੀਚਰ ਜਦੋਂ ਆਪਣੇ ਬੱਚਿਆਂ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਤੇ ਉਸ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ, ਜਿਹੜੀ ਅਲੱਗ ਕੁਆਲਿਟੀ, ਯੂਨੀਕ ਕੁਆਲਿਟੀ ਉਹ ਆਪਣੇ ਬੱਚਿਆਂ ਦੀ ਦੇਖਦਾ ਹੈ ਤੇ ਉਸ ਨੂੰ ਐਨਕਰੇਜ ਵੀ ਕਰੇ, ਉਸ ਨੂੰ ਅਪਰੀਸ਼ੀਏਟ ਵੀ ਕਰੇ ਤੇ ਉਸ ਨੂੰ ਐਕਸੈਪਟ ਵੀ ਕਰੇ। ਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਈਗੋ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਟੀਚਰ ਦੇ ਵਿੱਚ ਕਿ ਉਹ ਇੱਕ ਬੱਚੇ ਕੋਲੋਂ ਕੁਝ ਸਿੱਖ ਰਿਹਾ ਹੈ, ਜਦ ਕਿ ਜੇ ਕਿਸੇ ਬੱਚੇ ਦੇ ਵਿੱਚ ਕੋਈ ਅੱਛਾ ਗੁਣ ਹੈ ਤਾਂ ਟੀਚਰ ਨੂੰ ਬਹੁਤ ਹੀ ਪਲੇਜ਼ੈਂਟ ਵੇ ਦੇ ਨਾਲ ਉਸ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਤੇ ਸਿੱਖਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਇੱਕ ਟੀਚਰ ਵੀ ਸਿੱਖ ਸਕਦਾ ਹੈ ਬੱਚੇ ਕੋਲੋਂ, ਤੇ ਇਸ ਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ। ਜੀ ਜੀ। ਇੱਕ ਟੀਚਰ ਦਾ ਰਿਸ਼ਤਾ ਬੱਚਿਆਂ ਦੇ ਨਾਲ ਸਿਰਫ ਨੰਬਰਾਂ ਤੱਕ ਹੀ ਸੀਮਿਤ ਹੈ ਕਿ ਇਸ ਤੋਂ ਬਾਅਦ ਵੀ ਬੱਚੇ ਦੇ ਵਿਕਾਸ ਤੱਕ ਉਹਦਾ ਰਿਸ਼ਤਾ ਬਣਿਆ ਰਹਿੰਦਾ? ਜੀ ਵੈਸੇ ਤਾਂ ਸੋਸਾਇਟੀ ਦੇ ਵਿੱਚ ਜਦੋਂ ਇੱਕ ਬੱਚਾ ਅੱਛਾ ਸਕੋਰ ਕਰਦਾ ਹੈ ਉਸ ਨੂੰ ਹੀ ਜ਼ਿਆਦਾ ਇੰਟੈਲੀਜੈਂਟ ਮੰਨਿਆ ਜਾਂਦਾ ਹੈ, ਲੇਕਿਨ ਮਾਰਕਸ ਲੈ ਕੇ ਆਣਾ ਇੱਕ ਨੌਲੇਜ ਹੋਣ ਦਾ ਪੈਮਾਨਾ ਨਹੀਂ ਹੈ। ਜੀ, ਮਾਰਕਸ ਲੈ ਕੇ ਆਣਾ ਅਲੱਗ ਚੀਜ਼ ਹੈ, ਇੱਕ ਬੱਚੇ ਨੂੰ ਨੌਲੇਜ ਹੋਣਾ ਅਲੱਗ ਚੀਜ਼ ਹੈ। ਇਸ ਕਰਕੇ ਮਾਰਕਸ ਦਾ ਰਿਸ਼ਤਾ, ਜੇ ਅਸੀਂ ਕਹੀਏ ਕਿ ਇੱਕ ਮਾਰਕਸ ਅੱਛਾ ਲਿਆਉਣ ਵਾਲਾ ਸਕੋਰਰ, ਅੱਛਾ ਗੁੱਡ ਸਕੋਰਰ ਬੱਚਾ ਹੀ ਇੰਟੈਲੀਜੈਂਟ ਹੈ, दैट इज़ नॉट ओके। बेसिकली नॉलेज गेन करना, एक अच्छा ह्यूमन बीइंग बनना, ये ही एक बच्चे का जो डेस्टिनी होनी चाहिए है, उसका मेन मकसद ये होना चाहिए, उद्देश्य ये होना चाहिए है। जे एक बच्चा बहुत अच्छा स्कोरर होए लेकिन वो बच्चा बहुत न्यूसेंस क्रिएट करता होए, इनडिसिप्लिनड होए, तो वो बच्चा किसी भी टीचर नूं प्यारा नहीं लगता। लेकिन एक एवरेज बच्चा होए, मार्क्स घट लिआंदा है लेकिन अच्छा एक सभ्य बच्चा है, बहुत रिस्पैक्ट करता है टीचर की, उन्हां दा पूरा ओबीडियंट स्टूडेंट है, तो मैनूं लगता है कि वो हरमन प्यारा बच्चा होएगा। तो उही बच्चा, जिहड़ा बच्चा निमता होके, जिहड़ा बच्चा टीचर कोलों सीखण दी कामना करता है, उही अगे जाके सक्सैसफुल होएगा। इस करके मार्क्स जो है वो सक्सैसफुल होने दा पैमाना कदी नहीं हो सकता। जी। ਤੇ ਜਦੋਂ ਵੀ ਹੁੰਦਾ ਟਾਈਮ ਐਗਜ਼ਾਮ ਦਾ ਨਾ, ਤੇ ਬੱਚੇ ਕਾਫੀ ਹੁੰਦੇ ਨੇ ਜਿਹੜੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ, ਆਪਣਾ ਸਟ੍ਰੈਸ ਲੈਵਲ ਵੀ ਬਹੁਤ ਜ਼ਿਆਦਾ ਵਧਾ ਲੈਂਦੇ ਨੇ, ਇੰਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਇਹ ਸਾਰਾ ਦਿਨ ਮਤਲਬ ਪੜ੍ਹਾਈ ਦੇ ਵਿੱਚ ਹੀ ਲੱਗੇ ਰਹਿੰਦੇ ਨੇ। ਉਸ ਨੂੰ ਸਟ੍ਰੈਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਅਧਿਆਪਕ ਕਿਸ ਤਰ੍ਹਾਂ ਆਪਣੀ ਭੂਮਿਕਾ ਨਿਭਾਉਂਦਾ? ਜੀ, टीचर एक बहुत ही बाय हार्ट कंपैशनेट टीचर हुंदा है, बहुत ही केयरिंग टीचर हुंदा है जी, बहुत ही उसनू सारे बच्चों का पता हुंदा है, मैंटल स्टेटस पता हुंदा है कि किहड़ा बच्चा किसी भी चीज़ नू लैके स्ट्रैसफुल हो सकता है या नहीं हो सकता है। एक जिहड़ा कोआर्डीनेशन है टीचर और स्टूडेंट का, और जो उन्हां दा एक रिलेशनशिप बिल्ड हुंदा है, और बच्चे दे मन दे विच टीचर दी रिस्पैक्ट और ट्रस्ट जो पैदा हो जाता है, तब बच्चा अपनिया सारिया प्रॉब्लम्स जो है उसनों, चाहे वो फिजिकल प्रॉब्लम है, चाहे पर्सनल प्रॉब्लम है, चाहे वो एग्जाम नाल रिलेटेड प्रॉब्लम है, वो बच्चा फिर फ्रैंकली शेयर करता है अपने टीचर दे नाल। जदों बच्चा फ्रैंकली शेयर करता है टीचर दे नाल, फिर टीचर उसनों पॉजिटिवली मोटिवेट करते हैं, तो फिर वो कर सकते हैं कि उन्होंने एक टाइम टेबल बना के दे एग्जाम फेयर तो बाहर होने वास्ते, तो उसनों बकअप करे, मोटिवेट करे कि वो इस तरह नाल टाइम टेबल के अकॉर्डिंग अपना जो सिलेबस है उसनों डिवाइड करके उसनों एक्सेल कर सकता है। तो एक पॉजिटिव रोल टीचर प्ले करते हैं, उसनों होर स्ट्रैटेजीज दसते हैं, जिस तरह की टाइम इंटरवल्स दे विच बच्चा म्यूजिक सुन सकता है, स्ट्रैस नूं डिक्रीज़ करने वास्ते, कुछ थोड़ी देर वास्ते सो सकता है, कोई एंटरटेनमेंट का कोई प्रोग्राम दे सकता है, चाहे वो एग्जाम डेज है। लेकिन जे अपना स्ट्रैस नूं मैनेज करना टीचर बच्चे नूं सिखा दे, तो बच्चा अच्छी तरह स्कोर भी करेगा और बच्चा वधिया परफॉर्म कर सकता है। कहने का भाव है कि एक टीचर कला अध्यापक के तौर पर भूमिका नहीं निभाता, एक दोस्त की भूमिका भी बहुत वधिया तरीके दे नाल निभाता है। तो वातावरण की मैं गल करा, एक ना पॉजिटिव वातावरण होना बहुत जरूरी है बच्चे की जिंदगी दे विच ना। विद्यार्थी जो सिक्ख्या हासिल करते पढ़ते हैं,
ਕਈ ਵਾਰ ਇਦਾਂ ਨਹੀਂ ਵੀ ਹੋ ਪਾਉਂਦਾ, ਫਿਰ ਉਦੋਂ ਅਧਿਆਪਕ ਇਸ ਤਰ੍ਹਾਂ ਦਾ ਵਾਤਾਵਰਨ ਕਿੱਦਾਂ ਕ੍ਰੀਏਟ ਕਰਦੇ ਆ, ਬਣਾਉਂਦੇ ਨੇ ਕਿ ਇੱਕ ਪੋਜ਼ਿਟਿਵ ਵਾਤਾਵਰਨ ਦੇ ਵਿੱਚ ਬੱਚਾ ਪੜ੍ਹ ਸਕੇ? ਪੋਜ਼ਿਟਿਵ ਇਨਵਾਇਰਨਮੈਂਟ ਕਲਾਸਰੂਮ ਦੇ ਵਿੱਚ ਕ੍ਰੀਏਟ ਕਰਨਾ ਕੋਈ ਬੜੀ ਗੱਲ ਨਹੀਂ ਹੈ। ਜਦੋਂ ਇੱਕ ਅੱਛਾ ਟੀਚਰ, ਇੱਕ ਯੋਗ ਟੀਚਰ ਕਲਾਸਰੂਮ ਦੇ ਵਿੱਚ ਐਂਟਰ ਹੁੰਦਾ ਹੈ ਔਰ ਉਸ ਦੇ ਚਿਹਰੇ ਤੇ ਇੱਕ ਬੜੀ ਸਮਾਈਲ ਹੈ, ਬੱਚਿਆਂ ਦੀ ਗ੍ਰੀਟਿੰਗ ਬੜੇ ਪਿਆਰ ਦੇ ਨਾਲ ਐਕਸੈਪਟ ਕਰਦਾ ਹੈ ਔਰ ਉਸ ਦਾ ਆਪਣਾ ਜੋ ਵਿਅਕਤੀਤਵ ਹੈ ਇੰਨਾ ਪ੍ਰਭਾਵਸ਼ਾਲੀ ਹੈ, ਉਸ ਦੇ ਆਪਣੇ ਸਬਜੈਕਟ ਦੇ ਉੱਤੇ ਕਮਾਂਡ ਹੈ, ਉਸ ਦਾ ਜੋ ਕਮਿਊਨੀਕੇਸ਼ਨ ਸਕਿੱਲਸ ਬਹੁਤ ਅੱਛੇ ਹਨ, ਬੱਚਿਆਂ ਦੇ ਨਾਲ ਬਹੁਤ ਅੱਛਾ ਉਸ ਦਾ ਰੈਪੋ ਹੈ ਔਰ ਉਹ ਬੱਚਿਆਂ ਦੇ ਨਾਲ ਇੱਕ ਅੱਛਾ ਰਿਲੇਸ਼ਨਸ਼ਿਪ ਬਿਲਡ ਕਰ ਚੁੱਕਾ ਹੈ, ਤਾਂ ਫਿਰ ਉਸ ਕਲਾਸਰੂਮ ਨੂੰ ਅੱਛੀ ਤਰ੍ਹਾਂ ਸੰਭਾਲਣਾ ਇੱਕ ਟੀਚਰ ਵਾਸਤੇ ਕੋਈ ਔਖਾ ਕੰਮ ਨਹੀਂ ਹੈ। ਤੇ ਪੋਜ਼ਿਟਿਵ ਜੋ ਇਨਵਾਇਰਨਮੈਂਟ ਹੈ ਉਹ ਕ੍ਰੀਏਟ ਕਰਨ ਵਾਸਤੇ ਫਨ ਬੇਸਡ ਐਕਟੀਵਿਟੀਜ਼ ਕੀਤੀਆਂ ਜਾ ਸਕਦੀਆਂ ਹੈ, ਟੈਕਨੋਲੋਜੀ ਦਾ ਯੂਜ਼ ਕੀਤਾ ਜਾ ਸਕਦਾ ਹੈ। ਬੱਚੇ ਜਿਹੜੇ ਬੱਚੇ ਬੈਕ ਬੈਂਚਰਸ ਹੈ, ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ ਹੈ ਕਿ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਸਕਦਾ ਹੈ, ਬੱਚਿਆਂ ਦੀਆਂ ਪ੍ਰੋਬਲਮਸ ਨੂੰ ਟੀਚਰ ਸਹੀ ਤਰੀਕੇ ਨਾਲ ਸਮਝ ਸਕਦਾ ਹੈ। ਜਦੋਂ ਅਪਰੀਸ਼ੀਏਟ ਕਰਨਾ ਹੈ ਤਾਂ ਸਾਰੀ ਕਲਾਸਰੂਮ ਦੇ ਮੂਹਰੇ ਕੀਤਾ ਜਾ ਸਕਦਾ ਹੈ ਬੱਚਿਆਂ ਨੂੰ, ਤੇ ਜਦੋਂ ਕਿਸੇ ਬੱਚੇ ਨੂੰ ਸੇਧ ਦੇਣੀ ਹੈ ਜਾਂ ਡਾਂਟਣਾ ਹੈ ਤਾਂ ਉਸ ਨੂੰ ਅਲੱਗ ਲੈ ਜਾ ਕੇ ਬੱਚੇ ਨੂੰ ਸਮਝਾਇਆ ਜਾ ਸਕਦਾ ਹੈ ਤਾਂ ਕਿ ਬੱਚਾ ਇਨਸਲਟਡ ਫੀਲ ਨਾ ਕਰੇ ਪੂਰੀ ਕਲਾਸ ਦੇ ਸਾਹਮਣੇ। ਤੇ ਇਹੀ ਪੋਜ਼ਿਟਿਵ ਇਨਵਾਇਰਨਮੈਂਟ ਕ੍ਰੀਏਟ ਕਰਕੇ ਆਪਣੀ ਟੀਚਿੰਗ ਨੂੰ ਇੱਕ ਟੀਚਰ ਜਿਹੜਾ ਹੈ ਉਹ ਬਹੁਤ ਹੀ ਅੱਛਾ ਬਣਾ ਸਕਦਾ ਹੈ। ਜੀ, ਕਰੋਨਾ ਦੇ ਸਮੇਂ ਤੇ ਨਾ ਟੈਕਨੋਲੋਜੀ ਆਈ ਨਵੀਂ, ਜਦੋਂ ਸਰਕਾਰਾਂ ਨੇ ਇਹ ਸਭ ਨੇ ਚਾਹਿਆ ਕਿ ਬੱਚਿਆਂ ਦੀ ਪੜ੍ਹਾਈ ਨਾ ਰੁਕੇ, ਇਸ ਪੜ੍ਹਾਈ ਦੇ ਲਈ ਆਨਲਾਈਨ ਸਟੱਡੀ ਸ਼ੁਰੂ ਹੋ ਗਈ। ਇਸ ਟੈਕਨੋਲੋਜੀ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ, ਕਿੰਨਾ ਕੁ ਪ੍ਰਭਾਵਸ਼ਾਲੀ ਬੱਚਿਆਂ ਦੀ ਸਿੱਖਿਆ ਦੇ ਉੱਤੇ ਪਿਆ? ਜੀ, ਜਿਸ ਤਰ੍ਹਾਂ ਕਿ ਪਹਿਲਾਂ ਸਕੂਲ ਐਜੂਕੇਸ਼ਨ ਦੇ ਵਿੱਚ ਨਾਰਮਲੀ ਅਸੀਂ ਬੁੱਕਸ ਦੇ ਰਾਹੀਂ ਪੜ੍ਹਦੇ ਹੁੰਦੇ ਸੀ, ਤੇ ਕੋਵਿਡ ਜੋ ਪੈਂਡੈਮਿਕ ਆਇਆ ਉਸ ਦੇ ਵਿੱਚ ਸਾਨੂੰ ਇਹ ਸਾਡੇ ਲਈ ਨੈਸੈਸਿਟੀ ਬਣ ਗਈ ਕਿ ਆਨਲਾਈਨ ਟੀਚਿੰਗ ਸ਼ੁਰੂਆਤ ਹੋਈ। ਆਨਲਾਈਨ ਟੀਚਿੰਗ ਦੇ ਨਾਲ ਅਲੱਗ-ਅਲੱਗ ਤਰੀਕੇ ਲੱਭੇ ਗਏ, ਗਵਰਨਮੈਂਟਸ ਨੇ ਵੀ ਲੱਭੇ, ਟੀਚਰਸ ਨੇ ਵੀ ਲੱਭੇ, ਤਾਂ ਕਿ ਉਹ ਜੋ ਫਾਰਮਲ ਐਜੂਕੇਸ਼ਨ ਹੈ ਬੱਚਿਆਂ ਤੱਕ ਪਹੁੰਚਾ ਸਕਣ। ਜਦੋਂ ਆਨਲਾਈਨ ਟੀਚਿੰਗ ਦਾ ਗੱਲ ਹੋਈ ਤੇ ਉਸ ਟਾਈਮ ਫਿਰ ਦੂਰਦਰਸ਼ਨ ਕੇਂਦਰ ਦਾ ਵੀ ਬਹੁਤ ਇਹਦੇ ਵਿੱਚ ਮੇਨ ਇੰਪੋਰਟੈਂਟ ਰੋਲ ਇਸਨੇ ਪਲੇ ਕੀਤਾ ਹੈ, ਕਿਉਂਕਿ ਟੀਚਰਸ ਦੇ ਨੇ ਆਪਣੇ ਲੈਕਚਰਸ ਤਿਆਰ ਕੀਤੇ ਔਰ ਦੂਰਦਰਸ਼ਨ ਵੱਲੋਂ ਟੈਲੀਕਾਸਟ ਕੀਤੇ ਗਏ ਔਰ ਘਰ ਘਰ ਬੱਚਿਆਂ ਨੂੰ ਘਰ ਬੈਠੇ ਹੀ ਪ੍ਰੋਗਰਾਮਸ ਅਵੇਲ ਕਰਾਏ ਗਏ, ਜਿਸ ਦੇ ਨਾਲ ਬੱਚੇ ਪੜ੍ਹਾਈ ਦੇ ਨਾਲ ਫਾਰਮਲੀ ਜੁੜ ਪਾਏ। ਤੇ ਇਹ ਜਿਹੜੀ ਆਨਲਾਈਨ ਟੀਚਿੰਗ ਹੈ ਉਹ ਬਹੁਤ ਅੱਛਾ ਰੋਲ ਉਸਨੇ ਉਸ ਸਮੇਂ ਦੇ ਵਿੱਚ ਪਲੇ ਕੀਤਾ ਹੈ। ਤੇ ਨਾਰਮਲੀ ਆਫਲਾਈਨ ਟੀਚਿੰਗ ਹੀ ਚੱਲਦੀ ਹੈ, ਹੁਣ ਉਹ ਜੋ ਸਿਸਟਮ ਹੈ ਘਟ ਗਿਆ ਹੈ, ਚਾਹੇ ਜੋ ਡਿਸਟੈਂਸ ਐਜੂਕੇਸ਼ਨ ਹੈ ਉਸ ਦੇ ਵਿੱਚ ਆਨਲਾਈਨ ਟੀਚਿੰਗ ਅੱਜ ਵੀ ਕੰਮ ਕਰ ਰਹੀ ਹੈ। ਇਨ ਕੇਸ ਅਸੀਂ ਫੋਰਨ ਦੇ ਵਿੱਚ ਕਿਸੇ ਯੂਨੀਵਰਸਿਟੀ ਦਾ ਕਿਸੇ ਪ੍ਰੋਫੈਸਰ ਦਾ ਲੈਕਚਰ ਸੁਣਨਾ ਹੋਏ, ਉਹ ਆਨਲਾਈਨ ਸਾਡੇ ਕੋਲ ਇੱਥੇ ਬੈਠੇ ਵੀ ਟੈਲੀਕਾਸਟ ਹੋ ਸਕਦਾ ਹੈ ਔਰ ਅਸੀਂ ਉਸ ਦੇ ਨਾਲ ਇਨ ਟੱਚ ਹੋ ਕੇ ਉਸ ਯੂਨੀਵਰਸਿਟੀ ਤੱਕ ਵੀ ਪਹੁੰਚ ਕਰ ਸਕਦੇ ਹਾਂ। ਇਸ ਕਰਕੇ ਆਨਲਾਈਨ ਟੀਚਿੰਗ ਤੇ ਆਫਲਾਈਨ ਟੀਚਿੰਗ ਸਾਈਡ ਬਾਈ ਸਾਈਡ ਚੱਲਦੀਆਂ ਹੈ ਤੇ ਇਸ ਦਾ ਬਹੁਤ ਅੱਛਾ ਪ੍ਰਭਾਵ ਬੱਚਿਆਂ ਤੇ ਪਿਆ ਹੈ। ਬਹੁਤ ਸਾਰੇ ਆਪਸ਼ਨਸ ਹੈ, ਸੋਸ਼ਲ ਮੀਡੀਆ ਨੇ ਬਹੁਤ ਸਾਰੇ ਨਵੀਆਂ ਸਾਡੇ ਮੋਰੇ ਟੈਕਨੋਲੋਜੀਜ਼ ਦੇ ਨਾਲ ਬੱਚਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਵਿੱਚ ਰਿਕਾਰਡਡ ਲੈਕਚਰਸ ਅਲੱਗ-ਅਲੱਗ ਪਲੇਟਫਾਰਮਸ ਤੇ ਪਏ ਹੋਣ, ਚਾਹੇ ਉਹ ਆਡੀਓ ਲੈਕਚਰਸ ਹੋਣ ਜਾਂ ਵੀਡੀਓ ਲੈਕਚਰਸ ਹੋਣ। ਰੇਡੀਓ ਨੇ ਆਪਣਾ ਰੋਲ ਪਲੇ ਕੀਤਾ, ਟੀਵੀ ਨੇ ਆਪਣਾ ਰੋਲ ਪਲੇ ਕੀਤਾ। ਇਹ ਸਾਰੇ ਆਨਲਾਈਨ ਮੋਡਸ ਆਫ ਐਜੂਕੇਸ਼ਨ ਜਿਹੜੇ ਹੈ ਬਹੁਤ ਹੀ ਸਕਸੈਸਫੁਲ ਰਹੇ ਹਨ ਤੇ ਪੈਂਡੈਮਿਕ ਦੌਰਾਨ ਇਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਐਂਗੇਜ ਕਰਕੇ ਰੱਖਿਆ ਹੈ। ਇੱਕ ਟੀਚਰ ਦਾ ਸਾਹਮਣੇ ਖੜੇ ਹੋ ਕੇ ਪੜ੍ਹਾਉਣਾ ਤੇ ਇੱਕ ਟੀਚਰ ਦਾ ਇੱਕ ਡਿਜੀਟਲ ਤਰੀਕੇ ਦੇ ਨਾਲ ਪੜ੍ਹਾਉਣਾ, ਇਹਨਾਂ ਦੋਨੋਂ ਵਿੱਚ ਕੀ ਫਰਕ ਸਮਝਦੇ ਹੋ, ਆਨਲਾਈਨ ਜਾਂ ਆਫਲਾਈਨ ਦੇ ਵਿੱਚ? ਜੀ, ਜਦੋਂ ਇੱਕ ਕਲਾਸਰੂਮ ਦੇ ਵਿੱਚ ਇੱਕ ਟੀਚਰ ਪੜ੍ਹਾਉਂਦਾ ਹੈ ਉਸ ਦੀ ਪ੍ਰੈਜ਼ੈਂਸ ਦਾ, ਉਸ ਦੇ ਵਿਅਕਤੀਤਵ ਦਾ ਬੱਚਿਆਂ ਤੇ ਬਹੁਤ ਪੋਜ਼ਿਟਿਵ ਇੰਪੈਕਟ ਪੈਂਦਾ ਹੈ। ਟੀਚਰ ਦੇ ਸਾਹਮਣੇ ਬੱਚੇ ਕੀ ਕਰ ਰਹੇ ਹਨ, ਕੀ ਐਕਟੀਵਿਟੀਜ਼ ਉਹ ਕਰ ਰਹੇ ਹਨ, ਟੀਚਰ ਦੇ ਉਹ ਨਜ਼ਰ ਦੇ ਵਿੱਚ ਹੁੰਦੀ ਹੈ। ਟੀਚਰ ਡਿਸਿਪਲਿਨ ਮੇਨਟੇਨ ਕਰਦਾ ਹੈ ਆਪਣੇ ਸਬਜੈਕਟ ਨੂੰ, ਉਸਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜਾ ਬੱਚਾ ਜਿਹੜਾ ਹੈ ਉਹ ਹਜੇ ਗ੍ਰਾਸਪ ਨਹੀਂ ਕਰ ਪਾਇਆ, ਫਿਰ ਉਹ ਆਪਣੇ ਟੌਪਿਕ ਨੂੰ ਉਸ ਤਰ੍ਹਾਂ ਮੋਲਡ ਕਰਕੇ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਹੜੇ ਬੱਚੇ ਵੀਕ ਸਟੂਡੈਂਟਸ ਹੁੰਦੇ ਹਨ ਉਹਨਾਂ ਨੂੰ ਜ਼ਿਆਦਾ ਪਿਆਰ ਦੇ ਨਾਲ, ਉਹਨਾਂ ਨੂੰ ਈਜ਼ੀਲੀ ਕਨਸੈਪਟ ਐਕਸਪਲੇਨ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਇਸ ਕਰਕੇ ਉਹ ਉਹਨਾਂ ਦੀ ਨਜ਼ਰ ਦੇ ਵਿੱਚ ਹੋਣ ਕਰਕੇ ਬਹੁਤ ਜ਼ਿਆਦਾ ਇੰਪੈਕਟਫੁਲ ਹੁੰਦਾ ਹੈ। ਜਦੋਂ ਅਸੀਂ ਆਨਲਾਈਨ ਟੀਚਿੰਗ ਦੀ ਗੱਲ ਕਰਦੇ ਹਾਂ
ਤਾਂ ਫੋਨ ਦੇ ਪਿੱਛੇ ਬੱਚਾ ਬੈਠਾ ਹੈ ਜਾਂ ਲੈਪਟਾਪ ਦੇ ਸਾਹਮਣੇ ਬੈਠਾ ਹੈ ਬੱਚਾ, ਟੀਚਰ ਉਸ ਤੋਂ ਦੂਰ ਹੈ, ਬੱਚਾ ਸਾਈਡ ਬਾय ਸਾਈਡ ਕੋਈ ਹੋਰ ਫੋਨ ਖੋਲ ਕੇ ਕੋਈ ਗੇਮਸ ਪਲੇ ਕਰ ਸਕਦਾ ਹੈ ਜਾਂ ਟੀਚਰ ਨੂੰ ਡੌਜ ਮਾਰ ਸਕਦਾ ਹੈ, ਤਾਂ ਇਹ ਇੱਕ ਨੈਗੇਟਿਵ ਪੁਆਇੰਟ ਹੈ ਆਨਲਾਈਨ ਟੀਚਿੰਗ ਦੇ ਵਿੱਚ। ਇਨ ਕੇਸ ਟੀਚਰ ਉਸ ਨੂੰ ਐਂਗੇਜ ਕਰਨ ਦੇ ਲਈ ਬਾਰ-ਬਾਰ ਕੁਐਸਚਨ ਆਨਸਰਸ ਪੁੱਟ ਕਰ ਸਕਦੇ ਹਨ, ਇੰਟਰੈਕਸ਼ਨ ਕਰ ਸਕਦੇ ਹਨ, ਟੀਚਰ ਕੋਸ਼ਿਸ਼ ਕਰਦੇ ਹਨ ਕਿ ਉਹ ਬੱਚੇ ਨੂੰ ਪ੍ਰੋਪਰਲੀ ਐਂਗੇਜ ਕਰਨ ਤਾਂ ਕਿ ਬੱਚਾ ਉਹਨਾਂ ਤੇ ਕਨਸੈਂਟਰੇਸ਼ਨ ਦੇ ਔਰ ਉਸ ਨੂੰ ਟੌਪਿਕ ਨੂੰ ਅੱਛੀ ਤਰ੍ਹਾਂ ਸਮਝੇ। ਪਰ ਮੈਨੂੰ ਲੱਗਦਾ ਹੈ ਕਿ ਆਫਲਾਈਨ ਟੀਚਿੰਗ ਜਿਹੜੀ ਹੈ ਉਹ ਜ਼ਿਆਦਾ ਬੈਟਰ ਹੈ, ਕਿਉਂਕਿ ਇਸ ਦੇ ਵਿੱਚ ਟੀਚਰ ਔਰ ਸਟੂਡੈਂਟ ਦਾ ਇੱਕ ਅੱਛਾ ਰਿਲੇਸ਼ਨ ਬਿਲਡ ਅਪ ਹੁੰਦਾ ਹੈ ਜੋ ਆਨਲਾਈਨ ਸਿਸਟਮ ਦੇ ਵਿੱਚ ਪੋਸੀਬਲ ਨਹੀਂ ਹੁੰਦਾ ਹੈ। ਜ਼ਿਆਦਾ ਆਫਲਾਈਨ ਟੀਚਿੰਗ ਜ਼ਿਆਦਾ ਸਕਸੈਸਫੁਲ ਹੈ। ਇੱਕ ਟੀਚਰ ਵੀ ਜਿਹੜਾ ਹੈ ਨਾ, ਜਦੋਂ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ ਤੇ ਉਹਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀ ਚੁਣੌਤੀਆਂ ਆਉਂਦੀਆਂ ਹੋਣਗੀਆਂ ਜੀ, ਤੇ ਇੱਕ ਅਧਿਆਪਕ ਨੂੰ ਕਿਸ ਮੋੜ ਤੇ ਕਿਹੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਇੱਕ ਟੀਚਰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ? ਜੀ, ਟੀਚਰ ਇੱਕ ਹਿਊਮਨ ਬੀਇੰਗ ਹੈ ਜੀ, ਉਸ ਦੀ ਲਾਈਫ ਦੇ ਵਿੱਚ ਆਪਣੀਆਂ ਪਰਸਨਲ ਕੁਝ ਪ੍ਰੋਬਲਮਸ ਹੋ ਸਕਦੀਆਂ, ਫੈਮਿਲੀ ਪ੍ਰੋਬਲਮਸ ਹੋ ਸਕਦੀਆਂ ਜਿਹੜੇ ਉਸ ਦੇ ਸਟੇਟ ਆਫ ਮਾਈਂਡ ਨੂੰ ਖਰਾਬ ਕਰ ਸਕਦੀਆਂ ਔਰ ਉਸ ਦਾ ਇੰਪੈਕਟ ਜਦੋਂ ਕਲਾਸਰੂਮ ਦੇ ਵਿੱਚ ਜਾਂਦਾ ਹੈ ਬੱਚਿਆਂ ਤੇ ਪੈ ਸਕਦਾ ਹੈ। ਪਹਿਲੀ ਤਾਂ ਉਹਦੀ ਪਰਸਨਲ ਪ੍ਰੋਬਲਮਸ ਹੋ ਗਈਆਂ, ਦੈਨ ਉਸ ਤੋਂ ਬਾਅਦ ਕਲਾਸਰੂਮ ਦੀਆਂ ਕੁਝ ਪ੍ਰੋਬਲਮਸ ਹੋ ਸਕਦੀਆਂ, ਜਿਸ ਤਰ੍ਹਾਂ ਕਿ ਇੱਕ ਕਲਾਸਰੂਮ ਦੇ ਵਿੱਚ ਅੱਛਾ ਇਨਫਰਾਸਟ੍ਰਕਚਰ ਨਹੀਂ ਹੈ ਜੀ, अच्छी टेक्नोलॉजी नहीं है, उसनू अच्छा टेक्नोलॉजी प्रोवाइड नहीं की गई है, तो इस करके उहदा जो सबजैक्ट मैटर है शायद वो हैंपर किते ना किते हो सकता है। उसका जो मोटिव घरों लैके वो चलिया है कि मैं इंपार्ट करनी है एजुकेशन, वो शायद वो ना इंपार्ट कर सके। तीसरा कई बारी अस देखण च आया है कुछ स्कूल्स दे विच क्लासरूम्स बहुत बड़े हुंदे हन, जिद्दां 70 to 80 स्टूडेंट्स उस इस एक क्लासरूम दे विच बैठा है, तो उस दे विच जो टीचर है वो इंडिविजुअल अटेंशन नहीं दे सकदा बच्चों नूं, वो इन्ना ज़्यादा एक रिलेशनशिप बिल्ड नहीं कर सकदा बच्चों दे नाल। एक बच्चे दे नाल, कुछ बच्चों दे नाल तां वो शायद हो जाए, लेकिन पूरे क्लास नूं एंगेज करना, पूरे क्लास नूं मैनेज करना, उन्हां दियां प्रॉब्लम समझना, बल्क ऑफ कॉपीज़ नूं चैक करना, किन्ने सारे स्ट्रेस लेवल हो सकते हैं। लेकिन एक टीचर जो है वो अपने इस स्ट्रेस मैनेजमेंट नूं जे जानदा होए तां वो सक्सैसफुली उसनूं रन करन दी कोशिश कर सकते हैं। बाकी ये भी हो सकता है कि डिपार्टमेंट दे नाल जे उन्होंने कोई प्रॉब्लम होए, इन केस कोई गवर्नमेंट पॉलिसीज़ दे नाल उन्होंने कोई प्रॉब्लम होए, विभागी कार्रवाई कोई होए या जिस दे विच उस दियां कुछ अपनियां प्रॉब्लम्स होए जो शायद नहीं सॉर्ट हो रही होणगियां, तो वो भी एक स्ट्रेस बिल्ड कर सकदियां है टीचर दी लाइफ दे विच। ये चुनौतियां दा सामना वो एक पढ़ाते हुए क्लासरूम दे विच कर सकता है। बेसिकली एक फ्रेम ऑफ माइंड है, जे उसका खुद का पॉजिटिव एटीट्यूड नहीं होएगा पढ़ाई दी तरफ, तो वो बच्चों नूं इंपैक्टफुल नहीं टीच कर पाएगा। जी, पेरेंट्स टीचर मीटिंग अक्सर स्कूलों के रखी जाती है, ये किस तरीके दे नाल एक विद्यार्थी के जीवन के उत्ते असर पाती है? जी, पेरेंट टीचर मीटिंग का मकसद ही ये हुंदा है कि पेरेंट और टीचर दोनों की कोआर्डीनेशन होए, एक इस तरह का दिन मुकर्रर किया गया जिस दे विच पेरेंट्स और टीचर इकट्ठे मिलन, बच्चे दी प्रोग्रेस दे बारे देखन, वो देखन कि बच्चा मेरा बच्चा किन्ना सब्जैक्ट्स दे विच वीक चल रहा है, किन्ना सब्जैक्ट्स दे विच अच्छा चल रहा है, फिर वो कंसर्न टीचर्स नूं मिल के बच्चे दियां प्रॉब्लम्स दे बारे डिस्कस करन या टीचर बच्चे पेरेंट्स नूं सजैसट कर सकते हैं कि किहड़े उपराले वो घर बैठे कर सकते हैं जिस दे नाल बच्चा जिहड़ा है वो एट पार आ जाए। और होर भी कई तरीके नाल कुछ ओदियां बिहेवियर प्रॉब्लम्स हो सकदियां बच्चे दियां ਜਿਹੜੀਆਂ कि हो सकता है टीचर डिस्कस करे पेरेंट्स दे नाल और कारण जानने की कोशिश करे, एनालाइज करे कि उहदियां प्रॉब्लम क्यों अराइज हो रही हैं और फिर वो दोनों मिलके उसनू सल्यूशन देने की कोशिश करन, किस तरह बच्चे नू वो राइट पाथ ते लेके आ सकते हैं, किस तरह बच्चे दी प्रोग्रेस नू वो हुण इंक्रीज कर सकते हैं ते एक बच्चे नू सभ्य समाज दा सभ्य नागरिक बना सकते हैं। ते इस करके पेरेंट टीचर मीटिंग जिहड़ी है बहुत इसेंशियल रोल प्ले करती है एक बच्चे दी लाइफ दे विच और ज़रूर पेरेंट्स नू पेरेंट टीचर मीटिंग अटेंड करनी चाहिए है, टीचर्स दे नाल एक रिलेशनशिप बिल्ड करना चाहिए है, क्योंकि जिहड़ी एजुकेशन है वो ट्राईपोलर एक प्रोसैस है जिस दे विच सेंटर प्लेस ते बच्चा बैठा है, एक पासे टीचर है एक पासे पेरेंट है। जदों टीचर और पेरेंट दोनों मिलके काम करते हैं तो बच्चे का जिहड़ी ऑल राउंड डिवेलपमेंट है वो होने की बहुत ज़्यादा संभावना होती है। जी,
ਪਹਿਲੇ ਸਮੇਂ ਤੇ ਗੁਰੂਕੁਲ ਹੁੰਦੇ ਸੀ ਨਾ, ਜੀ। ਬੱਚੇ ਆਪਣੇ ਘਰ ਤੋਂ ਦੂਰ ਜਾ ਕੇ ਪੜ੍ਹਾਈ ਕਰਦੇ ਸੀ ਜੀ। ਤੇ ਮਾਤਾ ਪਿਤਾ ਨੂੰ ਆਪਣੇ ਬਹੁਤ ਦੇਰ ਬਾਅਦ ਮਿਲਦੇ ਸੀ। ਜੀ। ਪਰ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਥੋੜੇ ਬਹੁਤ ਹੋਸਟਲ ਆ ਗਏ ਨੇ, ਜੀ। ਬੱਚੇ ਹੋਸਟਲਾਂ ਦੇ ਵਿੱਚ ਰਹਿਣ ਲੱਗ ਗਏ ਨੇ। ਕਿ ਇਸ ਦਾ ਵੀ ਕੋਈ ਅਸਰ ਬੱਚਿਆਂ ਦੀ ਸਿੱਖਿਆ ਦੇ ਉੱਤੇ ਪੈਂਦਾ ਹੈ ਕਿ ਘਰ ਦੇ ਵਿੱਚ ਰਹਿ ਕੇ ਜਾਂ ਫਿਰ ਮਾਪਿਆਂ ਤੋਂ ਦੂਰ ਰਹਿ ਕੇ ਵੀ ਪੜ੍ਹਾਈ ਕੀਤੀ ਜਾਂਦੀ ਜਿਹੜੀ? ਜਦੋਂ ਪੁਰਾਣੇ ਸਮੇਂ ਦੀ ਅਸੀਂ ਗੱਲ ਕਰਦੇ ਹਾਂ ਕਿ ਗੁਰੂਕੁਲ ਹੁੰਦੇ ਸੀ, ਜੀ। ਉਸ ਸਮੇਂ ਜੋ ਪੜ੍ਹਾਈ ਹੁੰਦੀ ਸੀ ਗੁਰੂਕੁਲ ਦੇ ਵਿੱਚ, ਜੋ ਟੀਚਰ ਹੁੰਦਾ ਸੀ ਉਹ ਸਾਰੇ ਸਬਜੈਕਟਸ ਦੀ ਪੜ੍ਹਾਈ ਉਹ ਇੱਕ ਇੰਡੀਵਿਜੂਅਲ ਟੀਚਰ ਹੀ ਦਿੰਦੇ ਸੀ। ਜੀ। ਉਹ ਫਾਰਮਲ ਇਨਫਾਰਮਲ ਰੂਪ ਦੇ ਵਿੱਚ ਬੱਚਿਆਂ ਤੇ ਬਹੁਤ ਪ੍ਰਭਾਵ ਪਾਉਂਦੇ ਸੀ। ਬੱਚੇ ਸੁਸਾਇਟੀ ਤੋਂ ਬਿਲਕੁਲ ਕੱਟ ਆਫ ਹੁੰਦੇ ਸੀ ਜੀ। ਔਰ ਇੱਕ ਟੀਚਰ ਦੇ ਵਿਅਕਤੀਤਵ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਬੱਚੇ ਦੇ ਉੱਤੇ ਪੈਂਦਾ ਸੀ। ਜੀ। ਤੇ ਉਸ ਸਮੇਂ ਦੇ ਜੋ ਟੀਚਿੰਗ ਹੁੰਦੀ ਸੀ 10-12 ਸਾਲ ਦੀ ਪੜ੍ਹਾਈ ਤੋਂ ਬਾਅਦ ਫਿਰ ਮੁੜ ਕੇ ਬੱਚਾ ਜਿਹੜਾ ਹੈ ਉਹ ਆਪਣੇ ਘਰ ਵਾਪਸ ਆਂਦਾ ਸੀ, ਜੀ। ਮਾਂ-ਬਾਪ ਦੇ ਰਹਿਮੋ ਮਤਲਬ ਉਹਨਾਂ ਦੇ ਨਾਲ ਸਟੇ ਕਰਦਾ ਸੀ। ਹੁਣ ਦੇ ਲਾਈਫ ਦੇ ਵਿੱਚ ਕਿਉਂਕਿ ਟੀਚਿੰਗ ਕਾਫੀ ਹੱਦ ਤੱਕ ਬਦਲ ਚੁੱਕੀ ਹੈ, ਜੀ। ਘਰ ਬਹੁਤ ਸਾਰੇ ਸਕੂਲ ਖੁੱਲ ਚੁੱਕੇ ਹਨ, ਜੀ। ਫਾਰਮਲੀ ਐਜੂਕੇਸ਼ਨ ਹੁਣ ਸਕੂਲਸ ਦੇ ਵਿੱਚ ਮਿਲ ਰਹੀ ਹੈ ਤੇ ਬੱਚਾ ਜਿਹੜਾ ਹੈ ਹੋਰ ਬਹੁਤ ਸਾਰੇ এনवायरमेंट ਦੇ ਨਾਲ ਘਿਰਿਆ ਹੁੰਦਾ ਹੈ ਜਿਹਦਾ ਪ੍ਰਭਾਵ ਉਸ ਦੇ ਉੱਤੇ ਪੈਂਦਾ ਹੈ। ਜੀ। এনवायरमेंट ਦਾ ਵੀ ਪੈਂਦਾ ਹੈ, ਸੋਸਾਇਟੀ ਦਾ ਪੈਂਦਾ ਹੈ, ਪੇਰੈਂਟਸ ਦਾ ਪੈਂਦਾ ਹੈ, ਘਰ ਦੀ ਸਿਚੁਏਸ਼ਨ ਦਾ ਪੈਂਦਾ ਹੈ। ਕਿਉਂਕਿ ਹੋਸਟਲ ਦੇ ਵਿੱਚ ਜੇ ਬੱਚਾ ਰਹਿੰਦਾ ਹੋਏਗਾ ਤਾਂ ਘਰ ਤੋਂ ਦੂਰ ਹੋਏਗਾ, ਉਸ ਨੂੰ ਘਰ ਦੀਆਂ ਪ੍ਰੋਬਲਮਸ ਦੇ ਬਾਰੇ ਨਹੀਂ ਪਤਾ ਹੋਏਗਾ। ਜਦੋਂ ਉਹ ਡਾਇਰੈਕਟਲੀ ਇਨਵੋਲਵਡ ਹੈ, ਘਰ ਦੇ ਵਿੱਚ ਕੁਝ ਵਾਇਲੈਂਸ ਹੋ ਰਹੀ ਹੈ, ਘਰ ਦੇ ਵਿੱਚ ਕੁਝ ਹੋ ਸਕਦਾ ਹੈ ਕਿ ਡਾਈਵੋਰਸਡ ਪੇਰੈਂਟਸ ਹੋਣ, ਸਿੰਗਲ ਪੇਰੈਂਟ ਹੋਏ, ਤਾਂ ਉਸ ਟਾਈਮ ਵੀ ਬੱਚੇ ਦੀ ਮਾਨਸਿਕਤਾ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਤੇ ਇਸ ਕਰਕੇ ਸੋਸਾਇਟੀ ਦੇ ਵਿੱਚ ਰਹਿ ਕੇ ਉਸਦੇ ਫਰੈਂਡ ਸਰਕਲ ਕਿਹੋ ਜਿਹਾ ਹੈ, ਉਸਦੇ ਨੇਬਰਹੁੱਡ ਕਿਸ ਤਰ੍ਹਾਂ ਦੇ ਹੈ, ਉਸ ਦਾ ਪ੍ਰਭਾਵ ਵੀ ਬੱਚੇ ਦੀ ਪੜ੍ਹਾਈ ਦੇ ਉੱਤੇ ਪੈਂਦਾ ਹੈ। ਤੇ ਇਸ ਕਰਕੇ ਅੱਜ ਕੱਲ੍ਹ ਦੀ ਜਿਹੜੀ ਪੜ੍ਹਾਈ ਹੈ ਉਸ ਦੇ ਵਿੱਚ ਟੈਕਨੋਲੋਜੀ ਦਾ ਵੀ ਬਹੁਤ ਪ੍ਰਭਾਵ ਪੈਂਦਾ ਹੈ, ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਵਿੱਚ ਆਲਮੋਸਟ ਸਾਰੇ ਬੱਚੇ ਇੰਸਟਾਗ੍ਰਾਮ, ਫੇਸਬੁੱਕ ਫੋਲੋ ਕਰਦੇ ਹਨ ਤੇ ਉਹ ਚੀਜ਼ ਵੀ ਉਹਨਾਂ ਦੇ ਡਿਸਟਰੈਕਟ ਕਰਨ ਦੇ ਵਿੱਚ ਰੋਲ ਪਲੇ ਕਰਦੀ ਹੈ। ਤੇ ਜੋ ਪਹਿਲਾ ਸਿਸਟਮ ਹੁੰਦਾ ਸੀ ਉਸ ਦੇ ਵਿੱਚ ਬਹੁਤ ਪੂਰੀ ਕਨਸੈਂਟਰੇਸ਼ਨ ਦੇ ਨਾਲ ਫੋਕਸਡ ਹੁੰਦੇ ਸੀ ਵਿਦਿਆਰਥੀ। ਹੁਣ ਉਹਨਾਂ ਦੀ ਜਿਹੜੀ ਕਨਸੈਂਟਰੇਸ਼ਨ ਬਿਲਡ ਅਪ ਕਰਨ ਵਾਸਤੇ ਟੀਚਰ ਔਰ ਪੇਰੈਂਟਸ ਦੋਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਤਾਂ ਜੋ ਬੱਚਾ ਅੱਛੀ ਤਰ੍ਹਾਂ ਆਪਣੇ ਪੜ੍ਹਾਈ ਦੇ ਵਿੱਚ ਪਰਫਾਰਮ ਕਰ ਸਕੇ। ਜੀ। ਵਿਦਿਆਰਥੀਆਂ ਨੂੰ, ਟੀਚਰਸ ਨੂੰ ਤੇ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਵਿਦਿਆਰਥੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਆਪਣੀ ਲਾਈਫ ਦੇ ਵਿੱਚ ਆਪਣੇ ਏਮਸ ਨਿਰਧਾਰਿਤ ਕਰੋ। ਤੁਸੀਂ ਉਦੇਸ਼ ਦੇਖੋ ਕਿ ਤੁਸੀਂ ਲਾਈਫ ਦੇ ਵਿੱਚ ਕੀ ਬਣਨਾ ਚਾਹੋਗੇ ਔਰ ਉਸ ਦੇ ਲਈ ਤੁਹਾਡਾ ਆਪਣਾ ਐਪਟੀਟਿਊਡ ਕਿਸ ਤਰ੍ਹਾਂ ਦਾ ਹੈ, ਤੁਹਾਡਾ ਇੰਟਰਸਟ ਕਿਸ ਤਰ੍ਹਾਂ ਦਾ ਹੈ, ਇਹ ਬਹੁਤ ਮੈਟਰ ਕਰਦਾ ਹੈ। ਫਿਰ ਡਿਟਰਮੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਦ੍ਰਿੜ ਨਿਸ਼ਚਈ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਲਾਈਫ ਦੇ ਵਿੱਚ ਕੋਈ ਏਮ ਅਚੀਵ ਕਰਨਾ ਹੈ ਤਾਂ ਤੁਹਾਨੂੰ ਪੂਰੀ ਡੈਡੀਕੇਸ਼ਨ ਦੇ ਨਾਲ, ਪੂਰੀ ਡਿਵੋਸ਼ਨ ਦੇ ਨਾਲ ਉਸ ਏਮ ਨੂੰ ਅਚੀਵ ਕਰਨ ਦੇ ਲਈ ਜੁਟ ਜਾਣਾ ਪਏਗਾ। ਤੇ ਇਹ ਆਪਣੇ ਟੀਚਰਸ ਦਾ ਸਤਿਕਾਰ ਕਰੋ, ਆਪਣੇ ਪੇਰੈਂਟਸ ਦਾ ਸਤਿਕਾਰ ਕਰੋ ਔਰ ਆਪਣੇ ਗੁਰੂ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਸਕਸੈਸਫੁਲ ਹੋਣਗੇ। ਤੇ ਜੋ ਸੋਸਾਇਟੀ ਹੈ, ਪੇਰੈਂਟਸ ਹੈ, ਉਹਨਾਂ ਦਾ ਇਹ ਰੋਲ ਬਣਦਾ ਹੈ ਕਿ ਜੇ ਉਹ ਆਪਣੇ ਟੀਚਰਸ ਦੇ ਨਾਲ ਰਲ ਕੇ ਕੰਮ ਕਰਨ, ਜੇ ਉਹ ਬੱਚਿਆਂ ਨੂੰ ਇੱਕ ਹੈਲਦੀ এনवायरमेंट ਘਰ ਦੇ ਵਿੱਚ ਪ੍ਰੋਵਾਈਡ ਕਰਨ, ਜੇ ਉਹ ਖੁਦ ਹੈਲਪਿੰਗ ਹੈਂਡ ਹੋਣ, ਬੱਚਿਆਂ ਨੂੰ ਮੋਟੀਵੇਟ ਕਰਨ, ਉਸ ਦੀ ਜੋ ਕਮੀਆਂ ਨੂੰ ਦੂਰ ਕਰਨ ਦੀ ਖੁਦ ਕੋਸ਼ਿਸ਼ ਕਰਨ, ਤਾਂ ਹੋ ਸਕਦਾ ਹੈ ਕਿ ਜੋ ਬੱਚਾ ਹੈ ਜ਼ਰੂਰੀ ਇੱਕ ਅੱਛਾ ਨਾਗਰਿਕ ਬਣੇਗਾ। ਤੇ ਟੀਚਰ ਦੇ ਬਿਹਾਫ ਤੇ ਮੈਂ ਕਹਿਣਾ ਚਾਹਾਂਗੀ ਕਿ ਟੀਚਰ ਦੀ ਇਹ ਰੋਲ ਬਣਦਾ ਹੈ ਕਿ ਉਹ ਆਪਣੇ ਸਾਰੇ ਬੱਚਿਆਂ ਦੇ ਨਾਲ ਇੰਪਾਰਸ਼ਲ ਵੇ ਦੇ ਵਿੱਚ ਉਹਨਾਂ ਬਹੁਤ ਹੀ ਕੰਪੈਸ਼ਨੇਟ ਵੇ ਦੇ ਨਾਲ ਉਹਨਾਂ ਨੂੰ ਟੀਚ ਕਰਨ, ਉਹਨਾਂ ਦੀਆਂ ਇੰਡੀਵਿਜੂਅਲ ਡਿਫਰੈਂਸਿਸ ਨੂੰ ਦੇਖਦੇ ਹੋਏ, ਉਹਨਾਂ ਦੇ ਐਪਟੀਟਿਊਡਸ ਦੇਖਦੇ ਹੋਏ ਸਾਈਕੋਲੋਜੀਕਲੀ ਡੀਲ ਕਰਨ। ਜੇ ਉਹ ਕੋਈ ਪ੍ਰੋਬਲਮਸ ਦੇ ਨਾਲ ਘਿਰੇ ਹੋਏ ਹਨ, ਚਾਹੇ ਉਹ ਮਾਨਸਿਕ ਪ੍ਰੋਬਲਮ ਹੈ, ਸ਼ਾਰੀਰਿਕ ਹੈ ਜਾਂ ਉਹਦੀ ਪਰਸਨਲ ਪ੍ਰੋਬਲਮ ਹੈ, ਤੇ ਉਸ ਦੇ ਵਿੱਚ ਇੰਨਾ ਟਰਸਟ ਪੈਦਾ ਕਰਨ ਕਿ ਬੱਚਾ ਬਿਨਾਂ ਡਰੇ ਆਪਣੇ ਸੀਕ੍ਰੇਟਸ ਆਪਣੇ ਟੀਚਰ ਨੂੰ ਦੱਸ ਸਕੇ ਔਰ ਟੀਚਰ ਉਸ ਨੂੰ ਵਧੀਆ ਸੇਧ ਦੇ ਕੇ ਬੱਚੇ ਨੂੰ ਉਸ ਪ੍ਰੋਬਲਮਸ ਤੋਂ ਬਾਹਰ ਕੱਢ ਸਕੇ। ਉਹ ਇਹ ਸਾਰੀਆਂ ਡਿਫਿਕਲਟੀਜ਼ ਨੂੰ ਓਵਰਕਮ ਕਰਨ ਦੇ ਵਿੱਚ ਉਸ ਦੀ ਹੈਲਪ ਕਰ ਸਕਣ ਤੇ ਖੁਦ ਉਹ ਟੀਚਰ ਕਮਰਸ਼ੀਅਲਾਈਜ਼ ਨਾ ਸੋਚਦੇ ਹੋਏ ਇਸ ਆਪਣੇ ਜੋ ਇੱਕ ਪ੍ਰੋਫੈਸ਼ਨ ਹੈ, ਇਸ ਨੋਬਲ ਪ੍ਰੋਫੈਸ਼ਨ ਹੈ, ਇਸ ਨੂੰ ਐਜ਼ ਅ ਨੇਸ਼ਨ ਬਿਲਡਰ ਅਸੀਂ ਕਹਿੰਦੇ ਹਾਂ ਟੀਚਰ ਨੂੰ, ਉਸ ਦੇ ਉੱਤੇ ਇੱਕ ਬਿਲਕੁਲ ਓਨੈਸਟੀ ਦੇ ਨਾਲ ਕੰਮ ਕਰੇ ਤਾਂ ਮੈਨੂੰ ਲੱਗਦਾ ਹੈ ਕਿ ਟੀਚਰ ਜਿਹੜਾ ਹੈ ਬੱਚੇ ਦੇ ਉੱਤੇ ਬਹੁਤ ਵਧੀਆ ਪ੍ਰਭਾਵ ਛੱਡੇਗਾ ਔਰ ਬੱਚਾ ਵੀ ਆਪਣੇ ਟੀਚਰ ਦੀ ਤਾਂ ਉਮਰ ਉਸ ਦੀ ਰਿਸਪੈਕਟ ਕਰੇਗਾ।
ਤੇ ਅੱਜ ਸਾਡੇ ਨਾਲ ਮੌਜੂਦ ਪੂਜਾ ਮੈਮ ਨੇ ਸਾਨੂੰ ਦੱਸਿਆ ਕਿ ਇੱਕ ਅਧਿਆਪਕ ਕਿੱਦਾਂ ਸਾਡਾ ਮਾਰਗਦਰਸ਼ਕ ਵੀ ਹੈ, ਕਿਵੇਂ ਸਾਡਾ ਦੋਸਤ ਵੀ ਹੈ। ਸੋ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਚੰਗੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਮੈਮ, ਤੁਸੀਂ ਮੈਨੂੰ ਸੱਦਿਆ, ਥੈਂਕ ਯੂ ਸੋ ਮਚ। ਸਾਰੇ ਪੜ੍ਹਨੇ ਦਾ ਮੂਡ ਬਣਾ ਲਓ ਬਈ, ਗੱਲਾਂ ਚੰਗੀਆਂ ਨੂੰ ਮਨ 'ਚ ਵਸਾ ਲਓ ਬਈ। ਸਾਰੇ ਪੜ੍ਹਨੇ ਦਾ ਮੂਡ ਬਣਾ ਲਓ ਬਈ, ਗੱਲਾਂ ਚੰਗੀਆਂ ਨੂੰ ਮਨ 'ਚ ਵਸਾ ਲਓ ਬਈ। ਟਾਈਮ ਕਰੋ ਨਾ ਖਰਾਬ ਮੇਰੇ ਮਿੱਤਰੋ, ਟਾਈਮ ਕਰੋ ਨਾ ਖਰਾਬ ਮੇਰੇ ਮਿੱਤਰੋ, ਅੱਡਿਆਂ 'ਚ ਖੜ ਖੜ ਕੇ ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ, ਚੰਗੀਆਂ ਪੜ੍ਹਾਈਆਂ ਕਰਕੇ।